ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਜੀ। ਨਿੱਘੀ ਜੀ ਆਇਆਂ ਨੂੰ। ਪਿਆਰ, ਮੁਹੱਬਤ, ਜ਼ੋਰ ਤੇ ਇਨਸਾਫ ਤੋਂ ਬਣਦਾ ਹੈ ਪੰਜਾਬ। ਜੇ ਇੰਡੀਆ ਦਾ ਦਿਲ ਕਿਸੇ ਸਟੇਟ ਨੂੰ ਕਿਹਾ ਜਾਵੇ ਤੇ ਪੰਜਾਬ ਨੂੰ ਕਹਿਣਾ ਗਲਤ ਨਹੀਂ ਹੋਵੇਗਾ। ਪੰਜਾਬ ਪੰਜ ਦਰਿਆਵਾਂ ਦੀ ਧਰਤੀ, ਬਹੁਤ ਅਮੀਰ ਹੈ ਪਰ ਵਿਕਸਿਤ ਨਹੀਂ। ਪੰਜਾਬ ਇਜ਼ ਰਿਚ ਬਟ ਨਾਟ ਡਿਵੈਲਪਡ। ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਲਾਈਫ ਸਟਾਈਲ ਬਾਕਮਾਲ ਹੈ, ਪਰ ਅੱਜ ਵੀ ਪੰਜਾਬ ਦੇ ਲੋਕ ਕੁਝ ਮੁਸੀਬਤਾਂ ਤੋਂ ਜੂਝ ਰਹੇ ਹਨ। ਆਪਾਂ ਗੱਲ ਕਰਾਂਗੇ ਇਹਨਾਂ ਹਕੀਕੀ ਮੁੱਦਿਆਂ ਬਾਰੇ। ਸਾਡੇ ਨਾਲ ਮੌਜੂਦ ਨੇ ਅੱਜ ਸਾਡੇ ਐਕਸਪਰਟ ਸਪੈਸ਼ਲ ਗੈਸਟ ਕਵਲਜੀਤ ਸਿੰਘ ਜੀ, ਜੋ ਪੇਸ਼ੇ ਤੋਂ ਡਾਟਾ ਸਾਇੰਟਿਸਟ ਨੇ ਤੇ ਐਕਟਿਵਿਸਟ ਵੀ ਨੇ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਸਰ, ਆਪਾਂ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ। ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਦਾ ਸੱਭਿਆਚਾਰ ਸਭ ਤੋਂ ਪੁਰਾਣਾ ਤੇ ਅਮੀਰ ਸੱਭਿਆਚਾਰਾਂ 'ਚ ਇੱਕ ਹੈ, ਪਰ ਜੇ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਇਹ ਇੰਨਾ ਆਧੁਨਿਕ ਤੇ ਇੰਨਾ ਵਿਸ਼ਾਲ ਨਹੀਂ ਹੈ। ਇਹਦੇ ਪਿੱਛੇ ਪ੍ਰਮੁੱਖ ਕਾਰਨ ਕੀ ਹੋ ਸਕਦੇ ਹਨ? ਦੇਖੋ, ਸੱਭਿਆਚਾਰ ਨੂੰ ਜਿੰਨਾ ਅਸੀਂ ਸਮਝਿਆ, ਮੈਂ ਜਿਸ ਤਰ੍ਹਾਂ ਦੇਖਦਾ ਇਸ ਨੂੰ, ਮੈਨੂੰ ਇਹ ਲੱਗਦਾ ਕਿ ਇੱਕ ਗੱਲ ਤੇ ਕਿ ਸੱਭਿਆਚਾਰ ਤਰਜਮਾਨੀ ਕਰਦਾ ਹੁੰਦਾ। ਲੋਕ ਜਿਵੇਂ ਸੋਚਦੇ ਹੁੰਦੇ ਨੇ ਉਸ ਤਰ੍ਹਾਂ ਦਾ ਸੱਭਿਆਚਾਰ ਹੁੰਦਾ ਹੈ, ਉਹਨਾਂ ਦੇ ਕੰਮ ਨਾਲ ਜੁੜਿਆ ਹੁੰਦਾ ਸੱਭਿਆਚਾਰ ਆਮ ਤੌਰ ਤੇ। ਸੋ ਇਸੇ ਕਰਕੇ ਤੁਸੀਂ ਦੇਖਦੇ ਹੋ ਕਿ ਜਿੰਨਾ ਸਾਡੇ ਫੋਕ ਡਾਂਸਿਸ ਨੇ, ਸਾਡਾ ਗਿੱਧਾ ਹੋਵੇ, ਭੰਗੜਾ ਹੋਵੇ, ਤੁਸੀਂ ਦੇਖੋਗੇ ਸਾਰੇ ਸਟੈਪਸ ਜਿਹੜੇ ਨੇ ਉਹ ਸਾਡੇ ਵੀ, ਈਵਨ ਹੋਰ ਟਰਾਈਬਲ ਡਾਂਸਿਸ ਦੇ ਵੀ ਸਾਰੇ ਸਟੈਪਸ ਜਿਹੜੇ ਨੇ ਉਹ ਕੰਮ ਨੂੰ ਰਿਪਰੈਜ਼ੈਂਟ ਕਰਦੇ ਨੇ। ਅਸੀਂ ਜਿਵੇਂ ਖੇਤ 'ਚ ਜੋ ਕੰਮ ਕਰਦੇ ਹੁੰਦੇ ਉਹ ਸਾਰੇ ਕੰਮ ਹੀ ਸਾਡੇ ਬੇਸਿਕਲੀ ਡਾਂਸ ਦੇ ਐਕਸ਼ਨ ਦੇ ਵਿੱਚ ਇੱਕ ਤਾਲਬੱਧ ਹੋ ਕੇ ਅਸੀਂ ਕੰਮ ਨੂੰ ਹੀ ਸੈਲੀਬ੍ਰੇਟ ਕਰਦੇ ਹਾਂ। ਸੋ ਮੈਂ ਕਹਿ ਸਕਦਾ ਕਿ ਸਾਡਾ ਸੱਭਿਆਚਾਰ ਜਨਰਲੀ ਕਿਰਤ ਨੂੰ ਸੈਲੀਬ੍ਰੇਟ ਕਰਨ ਦਾ ਸੱਭਿਆਚਾਰ ਸੀ, ਪਰ ਜਿਸ ਨੂੰ ਤੁਸੀਂ ਕਹਿ ਰਹੇ ਹੋ ਕਿ ਪ੍ਰਫੁੱਲਤ ਨਹੀਂ ਹੋ ਸਕਿਆ, ਮੈਨੂੰ ਲੱਗਦਾ ਕਿ ਕੁਝ ਦੇਰ ਤੋਂ ਇਹ ਹੋ ਗਿਆ ਕਿ ਸੈਲੀਬ੍ਰੇਸ਼ਨ ਜਿਹੜੀ ਹੈਗੀ ਕਿਰਤ ਦੀ ਬਜਾਏ, ਕੰਮ ਦੀ ਬਜਾਏ ਕੰਮ ਨੂੰ ਕੰਜ਼ਿਊਮ ਕਰਨ ਦੀ ਸੈਲੀਬ੍ਰੇਸ਼ਨ ਹੋ ਰਹੀ ਹੈ। ਕੰਜ਼ਿਊਮਰਿਸਟ ਜਿਹਨੂੰ ਅਸੀਂ ਕਹਿ ਸਕਦੇ ਹਾਂ, ਖਪਤਵਾਦੀ। ਯਾਨੀ ਹੁਣ ਤੁਸੀਂ ਦੇਖੋ ਅੱਜ ਦੀ ਡੇਟ 'ਚ ਜਿਹੜੀ ਡੋਮੀਨੈਂਸ ਹੈ, ਵਿਜ਼ੂਅਲ ਵੀ ਦੇਖ ਲਓ, ਚਾਹੇ ਫਿਲਮ ਦੇ ਵਿੱਚ ਦੇਖ ਲਓ, ਸੌਂਗਸ ਦੇ ਵਿੱਚ ਦੇਖ ਲਓ, ਕਿਤੇ ਵੀ ਦੇਖ ਲਓ, ਈਵਨ ਸ਼ਬਦਾਂ ਦੇ ਵਿੱਚ ਦੇਖ ਲਓ, ਜਿਹੜੀ ਡੋਮੀਨੈਂਸ ਹੈ ਉਹ ਬੇਸਿਕਲੀ ਕਿਸੇ ਪ੍ਰੋਡਕਟ ਦੀ ਹੈ। ਕਾਰ ਕਿਹੜੀ ਹੈ, ਸਕੂਟਰ ਕਿਹੜਾ, ਮੋਟਰਸਾਈਕਲ ਕਿਹੜਾ, ਕੱਪੜੇ ਕਿਹੜੇ ਪਾਏ ਨੇ, ਲਾਈਫ ਸਟਾਈਲ ਦੀ ਉਹ ਐਗਜ਼ੈਕਟਲੀ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਅਸੀਂ ਕੰਜ਼ਿਊਮ ਕਰਦੇ ਹਾਂ ਜੀ। ਤੇ ਉਹਦੇ ਚੋਂ ਉਹ ਕੰਜ਼ਿਊਮ, ਤੁਸੀਂ ਇਮੈਜਿਨ ਕਰੋ, ਇੱਕ ਤੁਸੀਂ ਵੀਡੀਓ ਕੋਈ ਵੀ ਇਮੈਜਿਨ ਕਰ ਲਓ, ਪੰਜਾਬੀ ਦਾ ਕੋਈ ਵੀ ਵੀਡੀਓ ਜਿਹੜੇ ਪਪੂਲਰ ਜਾਂ ਜਸਟ ਐਨੀ ਰੈਂਡਮ ਵੀਡੀਓ ਚੱਕ ਲਓ, ਤੁਸੀਂ ਮਹਿਸੂਸ ਕਰੋਗੇ ਉਹਦੇ ਜਿੰਨੇ ਪ੍ਰੋਪਸ ਯੂਜ਼ ਹੋਏ ਨੇ, ਕਾਰ ਯੂਜ਼ ਹੋਈ ਹੈ, ਮੋਟਰਸਾਈਕਲ ਯੂਜ਼ ਹੋਇਆ, ਕੱਪੜੇ ਯੂਜ਼ ਹੋਇਆ, ਚਸ਼ਮਾ ਯੂਜ਼ ਹੋਇਆ, ਮੋਬਾਈਲ ਫੋਨ ਯੂਜ਼ ਹੋਇਆ, ਤੁਸੀਂ ਉਹ ਸਾਰੀਆਂ ਚੀਜ਼ਾਂ ਦੀ ਕਾਸਟ ਅਸੈਸ ਕਰੋ ਤੇ ਫਿਰ ਇਮੈਜਿਨ ਕਰੋ ਕਿ ਇਹ ਬੰਦਾ ਕੀ ਕੰਮ ਕਰਦਾ ਹੋਏਗਾ ਜਿਹਦੇ ਚੋਂ ਇਹਨੇ ਖਰੀਦੀਆਂ ਨੇ। ਬਿਲਕੁਲ, ਉਹ ਗਾਇਬ ਹੈ, ਉਹਦਾ ਕੰਮ ਗਾਇਬ ਹੈ ਉਸ ਚੋਂ। ਜਦ ਕਿ ਜਿਹੜਾ ਸਾਡਾ ਸੱਭਿਆਚਾਰ, ਕਿਸੇ ਵੀ ਜਗ੍ਹਾ ਦਾ ਸੱਭਿਆਚਾਰ ਜਿਹੜਾ ਉਹ ਤੁਹਾਡੇ ਕੰਮ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ ਹੈ ਕਿ ਤੁਹਾਡੀ ਸੋਰਸ ਜਿਹੜਾ ਹੈ, ਲਾਈਵਲੀਹੁੱਡ ਕੀ ਹੈ ਤੁਹਾਡੀ। ਸੋ ਜਦੋਂ ਤੁਸੀਂ ਲਾਈਵਲੀਹੁੱਡ ਨਾਲ ਸੱਭਿਆਚਾਰ ਟੁੱਟ ਜਾਂਦਾ ਨਾ, ਫਿਰ ਉਹ ਸਾਰੀ ਦੁਨੀਆ ਦਾ ਸੱਭਿਆਚਾਰ ਇੱਕੋ ਜਿਹਾ ਹੋਏਗਾ। ਅੱਜ ਕੋਈ ਉਹਨੂੰ ਗਾਲਾਂ ਕੱਢੀ ਜਾਵੇ ਵੀ ਇਹ ਵੈਸਟਰਨ ਹੋ ਗਿਆ, ਵੈਸਟ ਦੇ ਵਿੱਚ ਵੀ ਸੇਮ ਹੀ ਪ੍ਰੋਸੈਸ ਦੁਆਰਾ ਹੋਇਆ। ਉੱਥੇ ਦਾ ਸੱਭਿਆਚਾਰ ਵੀ ਪਹਿਲਾਂ ਇੱਦਾਂ ਹੀ ਸੀਗਾ, ਡਿਵੈਲਪ ਕਰਦੇ ਕਰਦੇ ਇੱਕ ਲੈਵਲ ਦੇ ਉੱਤੇ ਜਾ ਕੇ ਸਾਰੀ ਮਾਰਕੀਟ ਨੇ ਕਬਜ਼ਾ ਕੀਤਾ ਹੈ, ਚਾਹੇ ਪੰਜਾਬ ਦੇ ਸੱਭਿਆਚਾਰ ਤੇ ਹੋਵੇ, ਚਾਹੇ ਵੈਸਟ ਦੇ ਸੱਭਿਆਚਾਰ ਤੇ ਹੋਵੇ। ਸੋ ਇਹ ਮਾਰਕੀਟ ਡੋਮੀਨੈਂਟ ਸੱਭਿਆਚਾਰ ਹੋ ਗਿਆ ਹੈ। ਇਹ ਮੈਨੂੰ ਲੱਗਦਾ ਹੈ ਕਿ ਇਹਦੇ ਜਿਹਨੂੰ ਤੁਸੀਂ ਵਿਕਾਸ ਕਹਿੰਦੇ ਹੋ ਨਾ ਹੋਣ ਦਾ ਕਾਰਨ ਹੈ। ਮਤਲਬ ਲੋਕਾਂ ਨੂੰ ਹੁਣ ਇਹ ਤੁਸੀਂ ਕੋਈ ਵੀ ਗੀਤ ਲਾ ਲਓ, ਕਿੰਨੇ ਦਿਨ ਚੱਲ ਪਾਉਂਦਾ ਹੈ, ਉਹ ਤੁਹਾਡੀ ਤਰਜਮਾਨੀ ਨਹੀਂ ਕਰ ਪਾਉਂਦਾ, ਕੁਝ ਦਿਨ ਬਾਅਦ ਤੁਹਾਨੂੰ ਕੁਝ ਹੋਰ ਚਾਹੀਦਾ ਹੁੰਦਾ। ਸੋ ਜਿਸ ਤਰ੍ਹਾਂ ਨਸ਼ੇ ਬਾਰੇ ਕੁਝ ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਐਡਿਕਸ਼ਨ ਜਿਹੜੀ ਹੁੰਦੀ ਹੈ ਡਰੱਗ ਦੀ, ਉਹ ਕਿਵੇਂ ਹੁੰਦੀ ਹੈ ਕਿ ਤੁਸੀਂ ਡਰੱਗ ਖਾਂਦੇ ਹੋ, ਤੁਹਾਨੂੰ ਇੱਕ ਅੰਦਰ ਇੱਕ ਕੈਮੀਕਲ ਸਿਕਰੀਟ ਹੁੰਦਾ, ਡੋਪਾਮਾਈਨ ਉਹਦਾ ਨਾਂ ਹੈ। ਉਹ ਡੋਪਾਮਾਈਨ ਦੀ ਇੱਕ ਡੋਜ਼ ਹੈ। ਅਗਲੀ ਵਾਰ ਤੁਹਾਨੂੰ ਉਸ ਤੋਂ ਜ਼ਿਆਦਾ ਡੋਜ਼ ਚਾਹੀਦਾ, ਨਹੀਂ ਤਾਂ ਤੁਹਾਨੂੰ ਉਹ ਹਾਈ ਨਹੀਂ ਦੇ ਪਾਏਗਾ। ਨਤੀਜਨ ਤੁਸੀਂ ਹੋਰ ਖਾਂਦੇ ਹੋ, ਫਿਰ ਹੋਰ ਖਾਂਦੇ ਹੋ, ਫਿਰ ਹੋਰ ਖਾਂਦੇ ਹੋ। ਸੇਮ ਕੇਸ ਇਜ਼ ਵਿਦ ਦਾ ਸੱਭਿਆਚਾਰ। ਤੁਸੀਂ ਗਾਣਾ ਸੁਣਦੇ ਹੋ, ਤੁਹਾਨੂੰ ਇੱਕਦਮ ਤਰੋਤਾਜ਼ਾ ਕਰ ਦਿੰਦਾ, ਥੋੜੀ ਦੇਰ ਬਾਅਦ ਤੁਹਾਨੂੰ ਲੱਗਦਾ ਕਿ ਇਹ ਕਾਫੀ ਨਹੀਂ ਹੈ, ਕੁਝ ਹੋਰ ਚਾਹੀਦਾ। ਸੋ ਇਹ ਜਿਹੜਾ ਚੀਜ਼ ਹੈ, ਇਹ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਸੱਭਿਆਚਾਰ ਦੇ ਸਾਡੇ ਮੂਲ ਕੰਮ ਨਾਲੋਂ, ਸਾਡੇ ਰੋਜ਼ਮਰਾ ਦੀ ਜ਼ਿੰਦਗੀ ਨਾਲੋਂ ਟੁੱਟ ਜਾਣ ਕਰਕੇ ਹੋ ਰਿਹਾ ਹੈ। ਸਰ, ਇਹਦੇ ਵਿੱਚ ਹੀ ਲੈਂਗੁਏਜ ਦੀ ਗੱਲ ਜੇ ਆਪਾਂ ਕਰੀਏ, ਹੈ ਨਾ, ਮਾਂ ਬੋਲੀ ਦੀ ਗੱਲ ਆਪਾਂ ਕਰਦੇ ਹਾਂ, ਸਾਡੀ ਨਿੱਜੀ ਜ਼ਿੰਦਗੀ 'ਚ, ਪ੍ਰੋਫੈਸ਼ਨਲ ਪੇਸ਼ਾਵਰ ਜ਼ਿੰਦਗੀ ਦੇ ਵਿੱਚ ਇਹਦੀ ਕੀ ਸਥਿਤੀ ਹੈ, ਸਾਡੀ ਪੰਜਾਬੀ ਮਾਂ ਬੋਲੀ ਦੀ ਅੱਜ ਦੀ? ਦੇਖੋ, ਪੰਜਾਬੀ ਮਾਂ ਬੋਲੀ ਸਾਡੇ ਸੋਚਣ ਦੀ ਵਿਧਾ ਹੈ। ਅਸੀਂ ਸੋਚਦੇ ਪੰਜਾਬੀ 'ਚ ਹਾਂ, ਉਸ ਤੋਂ ਬਾਅਦ ਬੋਲੀਏ ਜਿਹੜੀ ਮਰਜ਼ੀ ਭਾਸ਼ਾ 'ਚ ਜੀ। ਤੇ ਜਦੋਂ ਅਸੀਂ ਸੋਚਦੇ ਕਿਸੇ ਹੋਰ ਲੈਂਗੁਏਜ ਹੋਈਏ ਤੇ ਸਾਨੂੰ ਖਾਸ ਕਰਕੇ ਪ੍ਰੋਫੈਸ਼ਨਲ ਲਾਈਨਸ ਜੇ ਗੱਲ ਕਰਾਂਗੇ, ਤੁਸੀਂ ਹੁਣ ਪ੍ਰੋਫੈਸ਼ਨ ਦੇ ਵਿੱਚ ਮੈਂ ਡੇਟਾ ਸਾਇੰਸ ਕੰਮ ਕਰਦਾ ਜੀ, ਉੱਥੇ ਮੈਂ ਜਾਂ ਤੇ ਅੰਗਰੇਜ਼ੀ ਦੇ ਕੁਝ ਟੁੱਟੇ ਫੁੱਟੇ ਸ਼ਬਦਾਂ ਨਾਲ ਡੀਲ ਕਰਦਾ, ਤੇ ਜਿਹਨੂੰ ਟਰਮੀਨੋਲੋਜੀ ਕਹਿੰਦੇ ਹਾਂ ਅਸੀਂ, ਉਹ ਟੁੱਟੀ ਹੋਈ ਹੁੰਦੀ ਹੈ ਨਾ, ਮਤਲਬ ਉਹ ਇਸ ਤਰ੍ਹਾਂ ਕੋਈ ਸਿੰਗਲ ਸਟੇਟਮੈਂਟ ਸਾਨੂੰ ਅੰਗਰੇਜ਼ੀ ਦੀ ਨਹੀਂ ਬੋਲਣੀ ਪੈਂਦੀ, ਸਾਨੂੰ ਉਹਦੇ ਕੁਝ ਸ਼ਬਦ ਵਰਤਣੇ ਪੈਂਦੇ ਨੇ ਜਿਹਨਾਂ ਨੂੰ ਅਸੀਂ ਟਰਮਸ ਕਹਿੰਦੇ। ਜਾਂ ਮੈਂ ਮੈਥਮੈਟੀਕਲ 01 ਦੇ ਵਿੱਚ ਕੰਮ ਕਰਦਾ। ਹੁਣ ਸਾਡੀ ਬੋਲੀ ਦੇ ਵਿੱਚੋਂ ਕਿਉਂ ਨਹੀਂ ਸੀ ਕੋਈ ਟਰਮੀਨੋਲੋਜੀ ਡਿਵੈਲਪ ਹੋ ਸਕਦੀ?
ਕਿਉਂਕਿ ਟਰਮੀਨੋਲੋਜੀ ਡਿਵੈਲਪ ਨਹੀਂ ਹੋਈ, ਇਸ ਕਰਕੇ ਨਤੀਜਾ ਕੀ ਹੈ ਕਿ ਸਾਨੂੰ ਟਰਮੀਨੋਲੋਜੀ ਕਿਤੋਂ ਨਾ ਕਿਤੋਂ ਅਡੈਪਟ ਕਰਨੀ ਪੈਂਦੀ ਹੈ। ਜਦ ਕਿ ਬੋਲੀ 'ਚੋਂ ਸਾਰੀਆਂ ਮਤਲਬ ਪ੍ਰੋਵੀਜ਼ਨਸ ਹੈ ਹੀ ਸੀਗੀਆਂ, ਪਰ ਮਿਹਨਤ ਨਹੀਂ ਕੀਤੀ ਗਈ। ਸਿਰਫ ਸਿੰਪਲੀ ਜਿੱਥੋਂ ਮਿਲਿਆ ਚੁੱਕਿਆ, ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਟੈਕਨੋਲੋਜੀ ਦੇ ਨਾਲ, ਨਾ ਕਿ ਆਪਣੇ ਇੱਥੇ ਦੀਆਂ ਲੋੜਾਂ ਦੇ ਵਿੱਚੋਂ ਟੈਕਨੋਲੋਜੀ ਪੈਦਾ ਕੀਤੀ ਗਈ ਜੀ। ਸੋ ਇਹ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ, ਜੋ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਜੇ ਕਿਰਤ ਦਾ ਸੱਭਿਆਚਾਰ ਹੋਏਗਾ ਨਾ ਤਾਂ ਤੁਸੀਂ ਚੀਜ਼ਾਂ ਪੈਦਾ ਕਰੋਗੇ, ਤੁਸੀਂ ਖੋਜਾਂ ਕਰੋਗੇ। ਹੁਣ ਕੀ ਹੁੰਦਾ, ਆਪਾਂ ਖੋਜਾਂ ਦੁਨੀਆ 'ਚ ਕਿਤੇ ਵੀ ਹੁੰਦੀਆਂ ਨੇ, ਆਪਾਂ ਸਿਰਫ ਦੇਖਦੇ ਹਾਂ ਇਹਨਾਂ ਨੂੰ ਵਰਤਣਾ ਕਿਵੇਂ ਆ। ਮੋਬਾਈਲ ਕਿੱਥੇ ਬਣਿਆ, ਕੀ ਇਹਦੇ ਵਿੱਚ ਕਿਵੇਂ ਕੰਮ ਕਰਦਾ, ਨੋਬਡੀ ਕੇਅਰਸ। ਅਸੀਂ ਸਿੰਪਲੀ ਕਹਿੰਦੇ ਹਾਂ ਕਿ ਇਹਨੂੰ ਵਰਤਣਾ ਕਿਵੇਂ ਹੈ। ਉਹ ਜੰਮਦਾ ਜਵਾਕ ਵੀ ਜਾਣਦਾ, ਉਹ ਉਂਗਲੀ ਮਾਰੇਗਾ 4 ਵਾਰੀ, ਉਹ ਆਪਣੀ ਗੇਮ ਕੱਢ ਲੇਗਾ। ਸੋ ਇਹ ਜਿਹੜੀ ਐਕਸਪਰਟੀਜ਼ ਹੈਗੀ ਹੈ, ਇਹ ਤਾਂ ਤੁਸੀਂ 4 ਦਿਨਾਂ ਦੇ ਵਿੱਚ ਸਿੱਖ ਸਕਦੇ ਹੋ। ਤੁਹਾਡੇ ਦਿਮਾਗ ਦਾ ਵਿਕਾਸ ਨਹੀਂ ਹੋਏਗਾ ਜਦ ਤੱਕ ਤੁਸੀਂ ਉਹਨੂੰ ਖੁਦ ਨਹੀਂ ਪੈਦਾ ਕਰਦੇ। ਸੋ ਇਹੀ ਲੱਗਦਾ ਮੈਨੂੰ ਕਿ ਬੋਲੀ ਦਾ ਵਿਕਾਸ ਇਸੇ ਕਰਕੇ ਰੁਕਦਾ ਹੈ ਕਿ ਬੋਲੀ ਜਦ ਸਾਇੰਸਿਸ ਦੇ ਵਿੱਚ, ਦੂਜੀਆਂ ਮਤਲਬ ਸਾਡੇ ਖਾਸ ਕਰਕੇ ਜਿਵੇਂ ਹੁਣ ਸਾਡੀ ਸੋਸ਼ਲ ਸਾਇੰਸਿਸ ਨੇ, ਸਮਾਜਿਕ ਵਿਗਿਆਨਾਂ ਦੇ ਵਿੱਚ ਵਾਕਈ ਸਾਡਾ ਸਮਾਜ ਵਿਗਿਆਨ ਮਤਲਬ ਪੰਜਾਬੀ ਬੋਲੀ 'ਚ ਅਵੇਲੇਬਲ ਹੈ। ਹਾਇਰ ਐਜੂਕੇਸ਼ਨ 'ਚ ਵੀ, MA 'ਚ ਵੀ, PhD ਵੀ ਲੋਕੀ ਹੋ ਸਕਦਾ ਪੰਜਾਬੀ 'ਚ ਕਰ ਲੈਂਦੇ ਹੋਣ, ਲੇਕਿਨ ਸਾਡੀ ਉਹਦੇ ਵਿੱਚ ਵੀ ਜਿਹੜੀ ਟਰਮੀਨੋਲੋਜੀ ਤੁਸੀਂ ਦੇਖੋਗੇ ਨਾ, ਉਹ ਐਂ ਲੱਗਦਾ ਹੈ ਕਿ ਉਹ ਜਾਂ ਤਾਂ ਅੰਗਰੇਜ਼ੀ ਦਾ ਹੀ ਕੋਈ ਮਤਲਬ ਥੋੜ੍ਹਾ ਜਿਹਾ ਤੋੜਿਆ ਮਰੋੜਿਆ ਸੰਸਕਰਣ ਹੈ, ਤੇ ਜਾਂ ਫਿਰ ਕਿਤੇ ਸੰਸਕ੍ਰਿਟਾਈਜ਼ਡ ਪੰਜਾਬੀ ਜਿਹੜੀ ਹੈਗੀ ਆ ਉੱਧਰੋਂ ਲੈ ਲਈ ਜਾਂਦੀ ਹੈ। ਸੋ ਜਿਹੜੇ ਸਾਡੇ ਇੱਥੋਂ ਡਿਵੈਲਪ ਕਰਨਾ ਸੀ ਨੈਚੁਰਲੀ ਕਿਸੇ ਸ਼ਬਦ ਨੇ, ਉਹ ਰੁਕਿਆ ਹੋਇਆ, ਉਹ ਸ਼ਬਦ ਦਾ ਵਿਕਾਸ ਰੁਕਿਆ ਹੋਇਆ। ਸੋ ਇੱਥੇ ਮੈਨੂੰ ਲੱਗਦਾ ਵੀ ਗੈਪ ਹੈ, ਵੱਡਾ ਗੈਪ ਹੈ, ਜਿਹਦੇ ਕਰਕੇ ਫਿਰ ਉਹ ਮੈਂ ਸੁਰਜੀਤ ਪਾਤਰ ਹੋਣਾ ਦੀ ਇੱਕ ਬੜੀ ਸੋਹਣੀ ਕਵਿਤਾ ਇਹਦੇ ਬਾਰੇ, ਉਹ ਕਹਿੰਦਾ ਵੀ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ। ਉਹ ਜਿਹੜੀ ਮਰ ਰਹੀ ਭਾਸ਼ਾ ਹੈ, ਭਾਸ਼ਾ ਨਹੀਂ ਮਰ ਸਕਦੀ ਜਦ ਤੱਕ ਭਾਸ਼ਾ ਨੂੰ ਬੋਲਣ ਵਾਲੇ ਲੋਕ ਨਾ ਮਰਦੇ ਹੋਣ, ਲੇਕਿਨ ਜਦੋਂ ਉਹਦੀ ਲੋੜ ਖਤਮ ਹੋ ਜਾਵੇ, ਜਦੋਂ ਉਸ ਭਾਸ਼ਾ ਦੇ ਵਿੱਚ ਤੁਹਾਨੂੰ ਕੰਮ ਕਰਕੇ ਰੋਟੀ ਨਾ ਮਿਲੇ, ਰੁਜ਼ਗਾਰ ਹੀ ਨਾ ਮਿਲੇ, ਤਾਂ ਤੁਹਾਡੀ ਹੌਲੀ ਹੌਲੀ ਤੁਹਾਡੀ ਉਸਦੀ ਇਸਤੇਮਾਲ ਘਟਦਾ ਚੱਲ ਜਾਏਗਾ ਤੇ ਭਾਸ਼ਾ ਖਤਮ ਹੋਏਗੀ। ਸੋ ਇਹ ਮੈਨੂੰ ਲੱਗਦਾ ਕਿ ਮੇਜਰ ਮਾਮਲੇ ਦੋਨਾਂ ਦੇ ਵਿੱਚ ਹੀ ਕਿਰਤ ਇਜ਼ ਦਾ ਮੇਨ ਸੈਂਟਰ। ਸਰ, ਇਹ ਤਾਂ ਸੱਭਿਆਚਾਰ ਦੀ ਗੱਲ ਹੋ ਗਈ, ਲੈਂਗੁਏਜ ਦੀ ਗੱਲ ਹੋ ਗਈ। ਜੇ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਯੂਜ਼ਲੈਸ ਐਕਸਪੈਂਡੀਚਰ ਜਿਹੜਾ ਹੈਗਾ, ਬੇਫਜ਼ੂਲ ਖਰਚੇ ਹੈਗੇ ਆ ਜਿਹੜੇ ਵਿਆਹਾਂ 'ਚ ਤਾਂ ਹੁੰਦੇ ਨੇ ਅੱਜ ਕੱਲ੍ਹ, ਲੋਕਾਂ ਦੇ ਮਰਨ 'ਤੇ ਵੀ ਬੁਫੇ ਸਿਸਟਮ ਲੱਗਿਆ ਹੁੰਦਾ, ਜਾਂ ਲੰਡੀ ਜੀਪਾਂ ਵੇਚ ਕੇ ਅਸੀਂ ਬੁਲਟ ਲੈ ਲਈਆਂ, ਜ਼ਮੀਨਾਂ ਵੇਚ ਕੇ ਜਿਹੜਾ ਮਹਿੰਗਾ ਲਾਈਫ ਸਟਾਈਲ ਹੈ, ਜਿਹੜਾ ਬ੍ਰਾਂਡ ਕਲਚਰ ਹੈ ਅਡੈਪਟ ਕੀਤਾ ਪੰਜਾਬ ਦੇ ਲੋਕਾਂ ਨੂੰ, ਉਹ ਕਿੱਥੇ ਤੱਕ ਜਾਇਜ਼ ਹੈ? ਬਿਲਕੁਲ ਜਾਇਜ਼ ਨਹੀਂ ਹੈ। ਔਰ ਇਹ ਸੇਮ ਲੌਜਿਕ ਕੰਟੀਨਿਊਡ ਹੈ। ਖਪਤ, ਤੁਸੀਂ ਚੀਜ਼ਾਂ ਦੇ ਖਪਤਵਾਦ ਦੇ ਸ਼ਿਕਾਰ ਹੋ, ਤੁਹਾਨੂੰ ਚੀਜ਼ਾਂ ਡੋਮੀਨੇਟ ਕਰ ਰਹੀਆਂ ਨੇ ਬੁਰੇ ਤਰੀਕੇ ਨਾਲ, ਤੁਹਾਡੀ ਆਪਣੀ ਹਸਤੀ ਗਾਇਬ ਹੋ ਜਾਂਦੀ ਹੈ। ਤੁਹਾਨੂੰ ਲੱਗਦਾ ਹੈ ਜਿਹੜੀ ਜੀਪ ਮੇਰੇ ਥੱਲੇ ਆ ਉਹ ਮੇਰੀ ਹਸਤੀ ਹੈ, ਜਿਹੜੇ ਬੁਲਟ ਤੇ ਮੈਂ ਬੈਠਾ ਉਹ ਮੇਰੀ ਹਸਤੀ ਤੈਅ ਕਰਦਾ ਹੈ। ਜਦੋਂ ਚੀਜ਼ਾਂ ਮੇਰੀ ਹਸਤੀ ਤੈਅ ਕਰਨ ਲੱਗ ਜਾਂਦੀਆਂ, ਮੈਂ ਆਪਦੇ ਪਰਸਨਲ ਵਿਕਾਸ ਤੋਂ ਹਟਾ ਕੇ ਆਪਣੀ ਚੀਜ਼ ਮਹਿੰਗੀ ਤੋਂ ਮਹਿੰਗੀ ਜਾਂ ਪਪੂਲਰ ਤੋਂ ਪਪੂਲਰ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੇ ਆਪ ਨੂੰ ਉਹਦੇ ਨਾਲ ਐਸੋਸੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਲਾਜ਼ਮੀ ਤੌਰ ਤੇ ਅਸੀਂ ਮਨੁੱਖ ਨੂੰ ਬੌਨਾ ਕਰ ਲੈਂਦੇ ਹਾਂ। ਇਹੋ ਹੀ ਹੋ ਰਿਹਾ ਹੈ। ਬੰਦਾ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ, ਉਹਨੇ ਕੱਪੜੇ ਕਿਹੜੇ ਪਾਏ ਨੇ, ਉਹ ਚੀਜ਼ ਕਿਹੜੀ ਹੈ। ਸੋ ਉਹਦਾ ਨਤੀਜਾ ਕੀ ਹੈ? ਇਹ ਕਿੰਨਾ ਡੇਂਜਰਸ ਟ੍ਰੈਂਡ ਹੈ, ਤੁਸੀਂ ਇਮੈਜਿਨ ਕਰੋ। ਉਹ ਠੀਕ ਹੈ, ਲੋਕ ਜਿਹੜੇ ਸਿਰਫ ਇਸ ਦੌੜ 'ਚ ਲੱਗੇ ਹੋਏ ਨੇ, ਉਹਨਾਂ ਦਾ ਤਾਂ ਕੰਪੀਟੀਸ਼ਨ ਹੋ ਗਿਆ ਵੀ ਇੱਕ ਨੇ ਖਰੀਦ ਲਈ, ਦੂਜਾ ਕੱਲ੍ਹ ਨੂੰ ਖਰੀਦ ਲਏਗਾ, ਉਹਨਾਂ ਦਾ ਤਾਂ ਇੰਨਾ ਹੀ ਗੱਲ ਹੈ। ਲੇਕਿਨ ਉਹ ਲੋਕ ਨੇ ਜਿਹੜੇ ਜੀਵਨ 'ਚ ਕਦੀ ਨਹੀਂ ਖਰੀਦ ਪਾਉਣਗੇ, ਤੇ ਉਹ ਲੋਕ ਸਾਰੇ ਜ਼ਿੰਦਗੀ ਵਾਸਤੇ ਇੱਕ ਡਸਟਬਿਨ ਦੇ ਵਿੱਚ ਧੱਕ ਦਿੱਤੇ ਗਏ ਨੇ। ਇਹ ਸਾਰੇ ਸੀਨ ਸਾਈਡਲਾਈਨ ਕਰ ਦਿੱਤੇ। ਔਰ ਉਹਨਾਂ ਲੋਕਾਂ ਦੀ ਗਿਣਤੀ, ਜੇ ਪੰਜਾਬ ਦੀ 3 ਕਰੋੜ ਦੀ ਪੋਪੂਲੇਸ਼ਨ ਹੈਗੀ ਹੈ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਉਹਨਾਂ ਲੋਕਾਂ ਦੀ ਗਿਣਤੀ 2 ਕਰੋੜ 80 ਲੱਖ ਹੈ। ਮੁਸ਼ਕਿਲ ਨਾਲ 20 ਲੱਖ ਬੰਦਾ ਹੈ ਜਿਹੜਾ ਤੁਹਾਨੂੰ ਬਾਜ਼ਾਰਾਂ 'ਚ ਤੁਰਿਆ ਫਿਰਦਾ ਦਿਸਦਾ। ਬਿਲਕੁਲ। ਬਾਕੀ 2 ਕਰੋੜ 80 ਲੱਖ ਪੋਪੂਲੇਸ਼ਨ ਆਪਣੇ ਰੋਜ਼ ਘਰੋਂ ਚੱਲਦੀ ਹੈ, ਕੰਮ ਤੇ ਜਾਂਦੀ ਹੈ, ਵਾਪਸ ਆ ਜਾਂਦੀ ਹੈ, ਇਹ ਕੋਈ ਕੰਮ ਨਹੀਂ ਹੁੰਦਾ ਤਾਂ ਪਈ ਰਹਿੰਦੀ। ਉਹਨਾਂ ਦੀ ਕੋਈ ਗੱਲ ਨਹੀਂ, ਉਹਨਾਂ ਦੀ ਕਿਤੇ ਕੋਈ ਹੋਂਦ ਹੀ ਨਹੀਂ, ਕਿਉਂਕਿ ਉਹ ਬੁਲਟ ਨਹੀਂ ਖਰੀਦ ਸਕਦੇ, ਉਹ ਨਹੀਂ ਗੱਡੀਆਂ ਭਜਾ ਸਕਦੇ, ਉਹ ਗਾਇਬ ਨੇ। ਸੋ ਇਹ ਟ੍ਰੈਂਡ ਸਿਰਫ ਇੰਨਾ ਹੀ ਨਹੀਂ ਕਿ ਇਹ ਗਲਤ ਹੈ, ਬਲਕਿ ਇਹ ਟ੍ਰੈਂਡ ਡੇਂਜਰਸ ਹੈ। ਕੁਝ ਲੋਕਾਂ ਦੇ ਵਾਸਤੇ ਲਾਈਫ ਥ੍ਰੈਟਨਿੰਗ ਹੈ। ਉਹ ਲੋਕ ਨੀਮ ਪਾਗਲਪਣ ਵੱਲ ਨੂੰ ਧੱਕੇ ਜਾ ਰਹੇ ਨੇ। ਤੁਸੀਂ ਦੇਖੋ ਹੌਲੀ ਹੌਲੀ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਨਾ, ਕੰਟੀਨਿਊਸ ਇੱਕ ਡਿਪਰੈਸ਼ਨ ਹੈ। ਕੁਝ ਲੋਕਾਂ 'ਚ ਦੌੜ 'ਚੋਂ ਪਿੱਛੇ ਰਹਿ ਜਾਣ ਕਰਕੇ ਡਿਪਰੈਸ਼ਨ ਹੈ, ਤੇ ਕੁਝ ਲੋਕ ਉਸ ਦੌੜ ਬਾਰੇ ਕਦੀ ਸੋਚ ਹੀ ਨਹੀਂ ਸਕਦੇ। ਉਹ ਸਿਰਫ ਤੇ ਸਿਰਫ ਇੱਕ ਸਟੈਗਨੇਸ਼ਨ ਦੇ ਸ਼ਿਕਾਰ ਜਿਹੜੇ ਨੇ ਉਹ ਹੁੰਦੇ ਚਲੇ ਜਾਂਦੇ ਨੇ। ਬਿਲਕੁਲ। ਸੋ ਇਹ ਮੈਨੂੰ ਲੱਗਦਾ ਕਿ ਇਹ ਖਪਤਵਾਦ ਜਿਹੜਾ ਹੈਗਾ, ਇਹ ਕਿਸੇ ਵੀ ਰੂਪ 'ਚ ਮਾੜਾ ਹੈ। ਐਜ਼ ਅ ਪ੍ਰੈਕਟਿਸ ਮਾੜਾ ਹੈ, ਐਜ਼ ਅ ਸੱਭਿਆਚਾਰ ਮਾੜਾ ਹੈ। ਇਹ ਸਾਡੀ ਬੋਲੀ ਨੂੰ ਨਸ਼ਟ ਕਰਦਾ ਹੈ, ਇਹ ਸਾਡੀ ਪੂਰੀ ਜੀਵਨ ਜਾਂਚ ਨੂੰ ਖਤਮ ਕਰ ਦਿੰਦਾ ਹੈ। ਸੋ ਮੈਨੂੰ ਲੱਗਦਾ ਸੱਭਿਆਚਾਰ ਦੇ ਉੱਤੇ ਤਾਂ ਪੁਆਇੰਟ ਆਊਟ ਕਰਨਾ ਚਾਹੀਦਾ ਸਾਨੂੰ, ਇਹ ਖਪਤਵਾਦ ਦੇ ਉੱਤੇ। ਸਰ, ਸੱਭਿਆਚਾਰ ਨੂੰ ਸਾਂਭਣ ਦੀ ਗੱਲ ਤਾਂ ਹੈਗੀ ਹੋਈ ਹੈ, ਬਹੁਤ ਇੰਪੋਰਟੈਂਟ ਹੈ, ਬਹੁਤ ਪ੍ਰੋਮੀਨੈਂਟ ਆ। ਪਰ ਆਪਾਂ ਸੱਭਿਆਚਾਰ ਦਾ ਕੀ ਕਰਾਂਗੇ ਕਿ ਜਿਹੜਾ ਪੰਜਾਬ ਦਾ ਮੇਨ ਰਿਸੋਰਸ ਪਾਣੀ ਸਾਡੇ ਕੋਲ ਨਹੀਂ ਹੈਗਾ। ਪਾਣੀ ਦਾ ਸਤਰ ਇੰਨਾ ਥੱਲੇ ਜਾ ਚੁੱਕਿਆ ਕਿ
ਮੈਕਸਿਮਮ ਪਾਵਰ ਹਾਊਸ ਦੀ ਮੋਟਰਾਂ ਵੀ ਜ਼ਮੀਨ ਦੇ ਥੱਲੋਂ ਪਾਣੀ ਕੱਢਣ ਨੂੰ ਨਾ ਸਫਲ ਹੈਗੀਆਂ, ਜਿਹਦੇ ਕਰਕੇ ਸਾਡੇ ਕਿਸਾਨਾਂ ਨੂੰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਇਹਦੇ ਲਈ ਕੀ ਪ੍ਰਸਤਾਵ ਰੱਖੇ ਜਾਣੇ ਚਾਹੀਦੇ ਆ? ਦੇਖੋ, ਮੈਨੂੰ ਇਹ ਲੱਗਦਾ ਕਿ ਆਪਾਂ ਜਿਵੇਂ ਜਿਸ ਤਰ੍ਹਾਂ ਆਪਾਂ ਟੌਪਿਕ ਟੂ ਟੌਪਿਕ ਅੱਗੇ ਵਧ ਰਹੇ ਆ, ਤੁਸੀਂ ਦੇਖੋ ਕਿ ਆਪਾਂ ਗੱਲ ਕੀਤੀ ਸੱਭਿਆਚਾਰ ਦੀ, ਆਪਾਂ ਗੱਲ ਕੀਤੀ ਖਪਤਵਾਦ ਦੀ, ਆਪਾਂ ਦੇਖ ਰਹੇ ਹਾਂ ਕਿ ਹੁਣ ਆਪਾਂ ਥੋੜਾ ਜਿਹਾ ਬੇਸ ਤੇ ਆ ਗਏ। ਹਾਂਜੀ, ਇਹ ਬੇਸ ਜ਼ਮੀਨ ਹੈ। ਹਾਂਜੀ, ਬਿਲਕੁਲ ਬਿਨਾਂ ਸ਼ੱਕ ਸਾਡੀ ਹਲੇ ਵੀ 60-65% ਆਬਾਦੀ ਜਿਹੜੀ ਹੈ ਉਹ ਖੇਤੀ ਤੇ ਨਿਰਭਰ ਹੈ, ਵੱਖ-ਵੱਖ ਰੂਪਾਂ 'ਚ ਹੈ। ਕੋਈ ਉਹਦਾ ਮਾਲਕ ਹੈ, ਕੋਈ ਉਸਦੇ ਉੱਤੇ ਕੰਮ ਕਰਦਾ ਹੈ, ਕੋਈ ਉਹਦੇ ਤੋਂ ਖਪਤ ਕਰਦਾ ਹੈ, ਉਹਦੇ ਤੋਂ ਲੈ ਕੇ ਚੀਜ਼ ਖਾਂਦਾ ਹੈ। ਸੋ ਕਿਸੇ ਵੀ ਰੂਪ ਦੇ ਵਿੱਚ ਅਸੀਂ 60-65% ਹਲੇ ਵੀ ਪੋਪੂਲੇਸ਼ਨ ਜਿਹੜੀ ਹੈ ਉਹ ਇਸ 'ਤੇ ਨਿਰਭਰ ਹੈ। ਨਤੀਜਾ ਕੀ ਹੈ ਕਿ ਜਦੋਂ ਕੋਈ ਰਿਸੋਰਸ ਸਿੰਗਲ ਮੋਸਟ ਤੁਹਾਡਾ ਲਾਈਵਲੀਹੁੱਡ ਦਾ ਸਾਧਨ ਬਣ ਜਾਵੇ ਤੇ ਸਾਰਾ ਪ੍ਰੈਸ਼ਰ ਉਹਦੇ ਤੇ ਆ ਜਾਵੇ, ਬਿਲਕੁਲ ਉਹ ਅੱਜ ਹੋਇਆ ਹੈ। ਹਾਂਜੀ, ਤੁਸੀਂ ਸਾਰੀ ਆਬਾਦੀ ਦਾ 60-65% ਜ਼ਮੀਨ ਤੋਂ ਮਤਲਬ ਇੱਕ ਤਰ੍ਹਾਂ ਨਾਲ ਉਹਦੀ ਜੀਵਿਕਾ ਚਲਾਉਣੀ ਹੈ। ਨਤੀਜਾ ਕੀ ਹੋਏਗਾ? ਤੁਹਾਨੂੰ ਕੋਈ ਆ ਕੇ ਬਾਹਰੋਂ ਦੱਸਦਾ ਹੈ ਕਿ ਹੋਰ ਕੁਝ ਨਵਾਂ ਸੋਚਣ ਦੀ ਲੋੜ ਨਹੀਂ, ਤੁਸੀਂ ਜ਼ਮੀਨ ਦੇ ਉੱਤੇ ਫਸਲ ਜ਼ਿਆਦਾ ਪੈਦਾ ਕਰ ਲੋਗੇ। ਹਾਂਜੀ, ਠੀਕ ਹੈ। ਇੰਟੈਂਸਿਵ ਜਿਹੜੀ ਸਾਡੀ ਫਾਰਮਿੰਗ ਹੈ ਉਹਦੇ ਅਸੀਂ ਸ਼ਿਕਾਰ ਹੋਏ ਆ ਸੀਰੀਅਸਲੀ। ਜਿਹੜਾ ਪੂਰਾ ਗ੍ਰੀਨ ਰੈਵੋਲੂਸ਼ਨ ਦਾ ਮਾਡਲ ਹੈ ਨਾ, ਇਹ ਮੈਨੂੰ ਲੱਗਦਾ ਬਹੁਤ ਡੇਂਜਰਸ ਮਾਡਲ ਹੈ, ਜਿਹਨੇ ਸਾਨੂੰ ਮੈਂ ਤਾਂ ਕਹਾਂਗਾ ਬਰਬਾਦ ਕਰਤਾ ਇੱਥੇ ਤੱਕ। ਕਿਉਂਕਿ ਉਸ ਮਾਡਲ ਦੇ ਵਿੱਚ ਇੱਕ ਦੌੜ ਸੀ, ਉਹਦੇ 'ਚ ਦੌੜ ਸੀਗੀ ਸਭ ਤੋਂ ਪਹਿਲਾਂ ਵੀ ਤੁਸੀਂ ਜ਼ਿਆਦਾ ਪੈਦਾਵਾਰ ਕਰੋਗੇ। ਕਿਸਾਨ ਨੂੰ ਸੌਖੀ ਜਨਰਲ ਬੁੱਧੀ ਤੋਂ ਸਮਝ ਆਈ ਗੱਲ ਕਿ ਬਈ ਜ਼ਿਆਦਾ ਪੈਦਾਵਾਰ ਹੋਏਗੀ ਤੇ ਮੈਂ ਜ਼ਿਆਦਾ ਖੁਸ਼ਹਾਲ ਹੋਵਾਂਗਾ। ਸੋ ਸਭ ਭੱਜ ਲਏ ਜ਼ਿਆਦਾ ਪੈਦਾ। ਹੁਣ ਉਹ ਜ਼ਿਆਦਾ ਪੈਦਾਵਾਰ ਉਹਨਾਂ ਨੂੰ ਦੱਸਣ ਦਾ ਫਰਜ਼ ਬਣਦਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ, ਕਿ ਤੁਸੀਂ ਇੱਕ ਐਸੀ ਦੌੜ 'ਚ ਪੈਣ ਜਾ ਰਹੇ ਹੋ ਜਿਸ ਦੌੜ ਦੇ ਵਿੱਚ ਤੁਹਾਡਾ ਅੰਤ ਕੋਈ ਨਹੀਂ ਔਰ ਤੁਸੀਂ ਬਰਬਾਦ ਹੋ ਜਾਓਗੇ। ਇਸ ਦੌੜ ਨੂੰ ਭੱਜਦੇ ਭੱਜਦੇ ਤੁਸੀਂ ਖਤਮ ਹੋ ਜਾਓਗੇ। ਲੇਕਿਨ ਉਹ ਨਹੀਂ ਕੀਤਾ ਗਿਆ, ਉਲਟਾ ਉਹਨੂੰ ਹੋਰ ਜ਼ਿਆਦਾ ਪ੍ਰਮੋਟ ਕੀਤਾ ਗਿਆ। ਸੋ ਅੱਜ ਹਾਲਤ ਇਹ ਹੈ ਕਿ ਗ੍ਰੀਨ ਰੈਵੋਲੂਸ਼ਨ ਨੇ ਸਾਨੂੰ ਇਸ ਜਗ੍ਹਾ ਤੇ ਲਿਆ ਕੇ ਖੜਾ ਦਿੱਤਾ ਹੈ ਕਿ ਅਸੀਂ ਇੰਟੈਂਸਿਵ ਕਰਦੇ ਕਰਦੇ ਫਾਰਮਿੰਗ, ਮਤਲਬ ਜ਼ਮੀਨ 'ਚੋਂ ਸਿਰਫ ਪਾਣੀ ਨਹੀਂ, ਅਸੀਂ ਜ਼ਮੀਨ ਦੇ ਇੰਪੋਰਟੈਂਟ ਨਿਊਟ੍ਰੀਐਂਟ ਸਾਰੇ ਖਤਮ ਕਰ ਚੁੱਕੇ ਹਾਂ। ਫਿਰ ਨਾਲ ਦੀ ਨਾਲ ਕੰਪਨੀ ਹਾਜ਼ਰ ਹੋ ਜਾਂਦੀ, ਉਹ ਕਹਿੰਦੇ ਨਾ ਇਹਦੇ ਤੇ ਨਾ ਸੋਚੋ ਤੁਸੀਂ ਕਿ ਤੁਸੀਂ ਨਿਊਟ੍ਰੀਐਂਟਸ ਖਤਮ ਹੋ ਗਏ, ਆਹ ਲਓ ਬੈਗ ਭਰ ਕੇ ਨਿਊਟ੍ਰੀਐਂਟਸ ਦਾ ਖਿਡਾ ਦਿਓ, ਨਿਊਟ੍ਰੀਐਂਟਸ ਪੂਰੇ ਹੋ ਜਾਣਗੇ। ਸੋ ਅਸੀਂ ਉਹ ਕੰਪਨੀਆਂ ਜਿਹੜੀਆਂ ਨੇ ਉਹਨਾਂ ਤੋਂ ਬੈਗ ਲੈ ਕੇ ਨਿਊਟ੍ਰੀਐਂਟਸ ਦੇ ਫਿਰ ਉਹ ਖਿਡਾਣੇ ਸ਼ੁਰੂ ਕੀਤੇ। ਇਹਦੇ ਨਾਲ ਹੀ ਸਰ ਮੈਂ ਗੱਲ ਜੋੜਨਾ ਚਾਹੂੰਗੀ, ਅਨਬੈਲੈਂਸਡ ਮਤਲਬ ਇਹ ਪ੍ਰੋਡਕਸ਼ਨ ਸੀ। ਜਿਹੜੇ ਕਾਲੇ ਕਾਨੂੰਨ ਵੀ ਰੱਦ ਹੋਏ ਨੇ, ਬਹੁਤ ਮੁਬਾਰਕਾਂ ਤੁਹਾਨੂੰ ਵੀ, ਤੁਸੀਂ ਬਹੁਤ ਮਿਹਨਤ ਕੀਤੀ ਉਹਦੇ ਲਈ। ਇਹ ਤਾਂ ਸਰ ਪਰ ਹੁਣ ਵੀ ਸਾਨੂੰ ਸੁਣਨ ਨੂੰ ਮਿਲਦਾ ਵੀ ਬਹੁਤ ਕਿਸਾਨ ਖੁਦਕੁਸ਼ੀ ਕਰ ਰਹੇ ਨੇ, ਕਾਫੀ ਜ਼ਮੀਨ ਉਪਜਾਊ ਨਹੀਂ ਹੈ, ਜ਼ਹਿਰੀਲੇ ਪਦਾਰਥ ਯੂਜ਼ ਹੋ ਰਹੇ ਨੇ। ਤੇ ਆਰਗੈਨਿਕ ਫਾਰਮਿੰਗ, ਕਾਲੇ ਜਿਹੜੇ ਕਾਨੂੰਨ ਤੁਸੀਂ ਕਹਿੰਦੇ ਹੋ ਨਾ, ਕਾਲੇ ਕਾਨੂੰਨ ਜਿਹੜੇ ਆਏ ਉਹ ਜਦੋਂ ਆਏ ਸੀ, ਸਾਡੀਆਂ ਖੁਦਕੁਸ਼ੀਆਂ ਉਸ ਤੋਂ ਪਹਿਲਾਂ ਜਾਰੀ ਨੇ ਜੀ। ਕਾਲੇ ਕਾਨੂੰਨਾਂ ਨੇ ਕੋਈ ਨਵੇਂ ਸਿਰੇ ਤੋਂ ਖੁਦਕੁਸ਼ੀਆਂ ਨਹੀਂ ਸ਼ੁਰੂ ਕਰਵਾਈਆਂ। ਕਾਲੇ ਕਾਨੂੰਨ ਤੇ ਸਗੋਂ ਇਹ ਸੀਗਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਰੇ ਪਿਆਂ ਦੇ ਉੱਤੇ ਇੱਕ ਹੋਰ ਹਮਲਾ ਸੀ ਜੀ। ਸੋ ਉਹ ਇੱਕ ਹਮਲਾ ਹੋਇਆ, ਅਸੀਂ ਉਸ ਹਮਲੇ ਨੂੰ ਬੜਾ ਔਖਾ ਸਾਲ, 1.5 ਸਾਲ, 2 ਸਾਲ ਲੱਗੇ ਸਾਡੇ, ਅਸੀਂ ਉਹਨੂੰ ਰਿਮੂਵ ਕੀਤਾ। ਹੁਣ ਵੀ ਉਹਦਾ ਖਤਰਾ ਚਲੋ ਤਲਵਾਰ ਲਟਕੀ ਹੋਈ ਹੈ, ਲੇਕਿਨ ਜਿਹੜੀ ਇਸ ਨੇ ਸਾਨੂੰ ਕਿੱਥੇ ਲਿਆਤਾ? ਇਸ ਨੇ ਸਾਨੂੰ ਬੈਕ ਟੂ ਸਕੁਅਰ 1 ਲਿਆਤਾ। ਅਸੀਂ ਵਾਪਸ ਉੱਥੇ ਖੜ ਗਏ ਆ ਕੇ ਜਿੱਥੇ ਅਸੀਂ ਸੀ ਅੱਜ ਤੋਂ 1.5 ਸਾਲ ਪਹਿਲਾਂ। ਅਸੀਂ ਉੱਥੇ ਆ ਗਏ। ਉੱਥੇ ਕੀ ਸੀ? ਉੱਥੇ ਖੁਦਕੁਸ਼ੀਆਂ ਸੀ, ਉੱਥੇ ਸਾਡੀ ਜ਼ਮੀਨ ਲਗਾਤਾਰ ਸਿੰਗੜ ਰਹੀ ਸੀ। ਯਾਨੀ ਇਹ ਬਹੁਤ ਹੀ ਜੁੜਿਆ ਹੋਇਆ ਮੈਟਰ ਹੈ ਆਪਸ ਦੇ ਵਿੱਚ। ਜ਼ਮੀਨ ਦਾ ਜਿਹੜਾ ਸਾਡੇ ਹੱਥਾਂ 'ਚੋਂ ਚੱਲਦੇ ਜਾਣਾ, ਉਹ ਇਕੱਲਾ ਇਹ ਨਹੀਂ ਹੈ ਕਾਰਪੋਰੇਟ ਆ ਕੇ ਖਰੀਦ ਰਿਹਾ ਸਾਡੇ ਤੋਂ ਜਾਂ ਖੋਹ ਰਿਹਾ ਸਾਡੀ ਜ਼ਮੀਨ। ਉਸ ਤੋਂ ਇਲਾਵਾ ਬੜੇ ਖਤਰੇ ਨੇ। ਉਸ ਤੋਂ ਇਲਾਵਾ ਖਤਰਾ ਇਹ ਹੈ ਕਿ ਪੰਜਾਬ ਦੇ ਅੰਦਰ ਵੀ ਐਸੇ ਲੋਕ ਮੌਜੂਦ ਨੇ ਜਿਨ੍ਹਾਂ ਦੀ ਅੱਖ ਆਪਣੇ ਗੁਆਂਢ ਦੀ ਜ਼ਮੀਨ ਦੇ ਉੱਤੇ ਹੈ। ਪੰਜਾਬ ਦੇ ਅੰਦਰ ਐਸੇ ਲੋਕ ਮੌਜੂਦ ਨੇ ਜਿਨ੍ਹਾਂ ਦੀ ਨਿਗਾਹ ਇਸ ਗੱਲ ਦੇ ਉੱਤੇ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਇਕੱਠੀ ਕਰ ਲਵਾਂ। ਜਿਨ੍ਹਾਂ ਨੂੰ ਤੁਸੀਂ ਸੋ ਕਾਲਡ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟਿਆ ਸੱਭਿਆਚਾਰ ਦੇ ਉੱਤੇ ਹਾਵੀ ਦੇਖਦੇ ਹੋ, ਇਹ ਸਾਰਾ ਉਹੀ ਤਾਂ ਲਾਣਾ ਬਾਣਾ ਹੈ ਜਿਹਦੇ ਕੋਲ ਵੱਡੀਆਂ ਜ਼ਮੀਨਾਂ ਹੁੰਦੀਆਂ। ਤੁਸੀਂ ਕਿਸੇ ਵੀ ਪੰਜਾਬੀ ਫਿਲਮ ਦੀ ਸਟੋਰੀ ਚੁੱਕੋ, ਉਹਦੇ 'ਚ ਕੌਣ ਹੈ? ਉਹਦੇ 'ਚ ਵੱਡਾ ਟਰੈਕਟਰ, ਵੱਡੀ ਗੱਡੀ, ਖੇਤ ਦੇ ਵਿੱਚ ਕੋਠੀ, ਲੈਲਾ ਹੁੰਦੀਆਂ ਫਸਲਾਂ, ਆਹੀ ਹੈ ਉਹਦਾ ਹੀਰੋ। ਸੋ ਇਹ ਹੀਰੋ ਹੈ ਕਿੱਥੋਂ? ਇਹ ਕਿੱਥੋਂ ਆਈ ਉਹਦੇ ਕੋਲ ਇੰਨੀ ਜ਼ਮੀਨ? ਕਿਉਂ? ਕਿਉਂਕਿ ਉਸਦੇ ਪਿੰਡ ਦੇ ਵਿੱਚ ਹੀ ਉਹ ਕਿਸਾਨ ਵੀ ਬੈਠਾ ਹੈ ਜਿਹਦੇ 1.5 ਕਿੱਲੇ ਜ਼ਮੀਨ ਸੀਗੀ, ਉਹ ਵੀ ਇਹਨੇ ਖਰੀਦ ਲਈ ਹੈ, ਉਹਨੇ ਖੁਦਕੁਸ਼ੀ ਕੀਤੀ ਹੈ। ਇਹ ਉਹਦੀ ਜ਼ਮੀਨ ਹੈ, ਇਹ ਲੈ ਲਹਾਉਂਦੇ ਖੇਤ ਜਿਹੜੇ ਨੇ ਇਹਦੇ ਵਿੱਚ ਹੀ ਡਾਇਕੋਟੋਮੀ ਪਈ ਹੈ। ਸੋ ਜਦ ਤੱਕ ਸਾਨੂੰ ਇਹ ਸਮਝ ਨਹੀਂ ਆਏਗਾ ਤਾਂ ਪੰਜਾਬ ਦੀ ਇਹ ਗੁੰਝਲੀ ਹੋਈ ਤਾਣੀ ਬਹੁਤ ਉਲਝੀ ਹੋਈ ਹੈ। ਇੱਥੇ ਸਿੰਪਲੀ ਸੈਲੀਬ੍ਰੇਟ ਕਰਕੇ ਨਹੀਂ ਕੰਮ ਚੱਲਣਾ। ਅਸੀਂ ਵਾਪਸ ਉੱਥੇ ਆ ਗਏ ਹਾਂ ਜਿੱਥੇ ਅਸੀਂ ਕਾਨੂੰਨਾਂ ਤੋਂ ਪਹਿਲਾਂ ਵਾਲੀ ਸਿਚੁਏਸ਼ਨ ਸੀ। ਸਾਨੂੰ ਫਿਰ ਵਾਪਸ ਉਹਨਾਂ ਸਮੱਸਿਆਵਾਂ ਦੇ ਨਾਲ ਦੋ ਚਾਰ ਆਉਣਾ ਪਏਗਾ ਜਿਨ੍ਹਾਂ ਨਾਲ ਅਸੀਂ ਆਲਰੇਡੀ ਹੋ ਰਹੇ ਸੀ। ਕਨਸੈਂਟਰੇਸ਼ਨ ਆਫ ਲੈਂਡ ਪੰਜਾਬ ਦਾ ਮੇਜਰ ਇਸ਼ੂ ਹੈ। ਅੱਜ ਦੀ ਡੇਟ 'ਚ ਪੰਜਾਬ ਦੀ 10 ਏਕੜ ਤੋਂ ਘੱਟ ਜ਼ਮੀਨ ਵਾਲੇ ਲੋਕਾਂ ਦੀ ਗਿਣਤੀ 92% ਹੈ। 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦੀ ਲੋਕਾਂ ਦੀ ਗਿਣਤੀ 65% ਹੈ, 67%, 67%। ਸੋ ਇਹ ਕੰਸੈਂਟਰੇਸ਼ਨ ਆਫ ਲੈਂਡ ਦਾ ਕੇਸ ਹੈ। ਔਰ ਕੁਛ ਲੋਕ ਉਹ ਵੀ ਨੇ ਜਿਨ੍ਹਾਂ ਕੋਲ 300 ਕਿੱਲਾ, 500 ਕਿੱਲਾ, 1000 ਕਿੱਲਾ ਬੇਨਾਮੀ ਜ਼ਮੀਨ। ਸੋ ਉਹ ਜ਼ਮੀਨ ਕਿੱਥੋਂ ਇਕੱਠੀ ਹੋਈ ਇੰਨੀ ਸਾਰੀ?
ਕੁਝ ਲੋਕਾਂ ਤੋਂ ਗਈ ਹੈ ਫੇਰ ਹੀ ਨਾ ਇਕੱਠੀ ਹੋਈ ਹੈ ਨਾ ਕਿਸੇ ਪਾਸੇ। ਬਿਲਕੁਲ। ਸੋ ਇਹ ਜਿਹੜਾ ਕੰਸੈਂਟਰੇਸ਼ਨ ਆਫ ਲੈਂਡ ਦਾ ਇਹ ਕੁਐਸਚਨ ਮੇਜਰ ਕੁਐਸਚਨ ਹੈ। ਇਹਨੂੰ ਸੋਲਵ ਕੀਤੇ ਬਿਨਾ, ਇਹਦੇ ਬੈਲੈਂਸ ਤੇ ਉਪਰਾਲੇ ਕੀਤੇ ਬਿਨਾ, ਔਰ ਬੜੇ ਡੇਂਜਰਸ ਉਪਰਾਲੇ ਨੇ ਉਹ, ਸਾਧਾਰਨ ਉਪਰਾਲੇ ਨਹੀਂ ਹੈਗੇ ਉਹ। ਉਹਦੇ ਵਿੱਚ ਇੱਕ ਟਕਰਾਅ ਪਿਆ ਹੈ, ਪੰਜਾਬ ਦੇ ਵਿਦਨ ਟਕਰਾਅ ਪਿਆ ਹੈ। ਸੋ ਉਸ ਟਕਰਾਅ 'ਚੋਂ ਸਾਨੂੰ ਲੰਘਣਾ ਪਏਗਾ। ਉਸ ਟਕਰਾਅ ਤੋਂ ਬਾਅਦ ਹੀ ਸਾਡੀ ਇਹ ਬੈਲੈਂਸ ਆਊਟ ਹੋਣੀਆਂ ਨੇ ਚੀਜ਼ਾਂ। ਸੋ ਇਸ ਕਰਕੇ ਠੀਕ ਹੈ, ਕਾਨੂੰਨ ਅਸੀਂ ਵਾਪਸ ਕਰਾ ਲਏ, ਉਹ ਤੇ ਇੱਕ ਹਮਲਾ ਸੀ, ਅਸੀਂ ਮੋੜਤਾ, ਹਲੇ ਤੇ ਬਾਕੀ ਜੰਗ ਜਾਰੀ ਹੈ। ਬਹੁਤ ਮੇਜਰ ਇਸ਼ੂਜ਼ ਆ। ਸਰ ਐਜੂਕੇਸ਼ਨ ਸਿਸਟਮ ਦੀ ਗੱਲ ਆਪਾਂ ਜੇ ਜੋੜ ਕੇ ਕਰੀਏ ਰੋਜ਼ਗਾਰ ਦੇ ਨਾਲ, ਜੌਬ ਓਪਰਚੁਨਿਟੀਜ਼ ਦੇ ਨਾਲ, ਸੋ ਜਿਹੜਾ ਇੱਕ ਮੌਜੂਦਾ ਐਜੂਕੇਸ਼ਨ ਸਿਸਟਮ ਹੈਗਾ ਇਹਦੇ 'ਚ ਇਹ ਜਿਹੇ ਕੀ ਲੂਪ ਹੋਲਸ, ਕੀ ਕਮੀਆਂ ਹੈਗੀਆਂ ਵੀ ਜਿਹੜਾ ਐਵਰੇਜ ਸਟੂਡੈਂਟ ਆ ਉਹ ਰੋਜ਼ਗਾਰ ਉਹਨੂੰ ਨਹੀਂ ਮਿਲ ਪਾ ਰਿਹਾ ਤਾਂ ਉਹ ਬਾਹਰਲੇ ਮੁਲਕ ਜਾ ਕੇ ਦਿਹਾੜੀਆਂ ਕਰਨ ਨੂੰ ਤਿਆਰ ਆ। ਥੋੜਾ ਮਾਮਲਾ ਅਦਰ ਵੇ ਅਰਾਊਂਡ ਹੈ ਜੀ। ਜੇ ਰੁਜ਼ਗਾਰ ਹੁੰਦਾ ਹੈ ਨਾ, ਹੁਣ ਜਿਹੜੇ ਫੀਲਡਸ ਦੇ ਵਿੱਚ ਰੁਜ਼ਗਾਰ ਹੁੰਦਾ ਹੈ, ਲੋਕ ਉਸ ਫੀਲਡ ਦੇ ਵਿੱਚ ਬਹੁਤ ਮਿਹਨਤ ਕਰਦੇ ਨੇ। ਮਤਲਬ ਮੈਂ ਕਹਿ ਰਿਹਾ ਕਿ ਕਾਜ਼ ਐਂਡ ਇਫੈਕਟ ਦਾ ਰਿਲੇਸ਼ਨ ਉਲਟਾ ਹੈ। ਐਸਾ ਨਹੀਂ ਹੈ ਕਿ ਐਜੂਕੇਸ਼ਨ ਮਾੜੀ ਹੈ ਇਸ ਕਰਕੇ ਰੁਜ਼ਗਾਰ ਹੈ ਨਹੀਂ, ਐਸਾ ਹੈ ਕਿਉਂਕਿ ਐਜੂਕੇਸ਼ਨ, ਰੁਜ਼ਗਾਰ ਹੈ ਨਹੀਂ ਇਸ ਕਰਕੇ ਐਜੂਕੇਸ਼ਨ ਦੀ ਲੋੜ ਹੀ ਕਿਸੇ ਨੂੰ ਨਹੀਂ। ਸੋ ਐਜੂਕੇਸ਼ਨ ਇੱਕ ਫਾਰਮੈਲਿਟੀ ਬਣ ਗਈ ਹੈ ਸਾਡੇ ਇੱਥੇ। ਮਤਲਬ ਡਰੋਪ ਆਊਟ ਰੇਟ ਬਹੁਤ ਹਾਈ ਹੈ। ਮਤਲਬ ਜਿੰਨੇ ਬੱਚੇ 10ਵੀਂ ਦੇ ਫਸਟ ਕਲਾਸ 'ਚ ਦਾਖਲ ਹੁੰਦੇ ਨੇ ਸਕੂਲਾਂ ਦੇ ਵਿੱਚ, ਤੇ ਉਹਨਾਂ 'ਚੋਂ ਕਿੰਨੇ ਨੇ ਜਿਹੜੇ +2 ਪਾਸ ਕਰਦੇ ਨੇ। ਹਿਊਜ ਅੰਕੜਾ ਹੈ ਜਿਹੜਾ ਨਹੀਂ ਕਰਦਾ, ਜਿਹੜਾ ਡਰੋਪ ਆਊਟ ਹੋ ਜਾਂਦਾ ਵੱਡੀ ਗਿਣਤੀ 'ਚ। ਕਾਰਨ ਕੀ ਹੈ? ਇੱਕ ਕਾਮਨ ਗੱਲ ਹੈ ਪਿੰਡ ਦੇ ਵਿੱਚ ਵੀ ਤੂੰ ਪੜ੍ਹ ਕੇ ਕੀ ਡੀਸੀ ਲੱਗਣਾ। ਚਲੋ ਡੀਸੀ ਨਾ ਸਹੀ, ਕੁਛ ਤੇ ਲੱਗਦਾ ਹੋਵੇ ਬੰਦਾ, ਪਰ ਕੁਛ ਵੀ ਨਹੀਂ ਲੱਗਦਾ ਹੋਏਗਾ ਤੇ ਨਤੀਜਾ ਕੀ ਹੋਏਗਾ? ਲੋਕ ਪੜ੍ਹਨਾ ਬੰਦ ਕਰ ਦੇਣਗੇ, ਲੋੜ ਹੀ ਨਹੀਂ ਰਹੇਗੀ। ਪਰ ਸਰ ਅੱਛੇ ਇੰਸਟੀਟਿਊਸ਼ਨਸ ਮੈਨੂੰ ਲੱਗਦਾ ਕਿ ਚੰਗੇ ਇੰਸਟੀਟਿਊਸ਼ਨਸ ਪੰਜਾਬ ਦੇ ਵਿੱਚ ਹੈ ਨੇ ਜਾਂ ਹੋ ਸਕਦੇ ਨੇ, ਕੋਈ ਰੌਲਾ ਨਹੀਂ ਹੈ, ਲੇਕਿਨ ਇਹਨਾਂ ਦੋਨਾਂ ਚੀਜ਼ਾਂ ਨੂੰ ਲਿੰਕ ਕਰਨਾ ਪਏਗਾ। ਇੱਕ ਪਾਸੇ ਰੁਜ਼ਗਾਰ ਵਧੀਆ ਅਵੇਲੇਬਲ ਹੋਵੇ ਤੇ ਦੂਜੇ ਪਾਸੇ ਉਸ ਰੁਜ਼ਗਾਰ ਵਾਸਤੇ ਲੋੜੀਂਦੀ ਐਜੂਕੇਸ਼ਨ ਹੋਵੇ। ਤੀਜੀ ਗੱਲ, ਐਜੂਕੇਸ਼ਨ ਦੇ ਵਿੱਚ ਸਾਡੇ ਇੱਥੇ ਲੇਅਰਸ ਨੇ। ਜਿਵੇਂ ਇੱਕ ਪਾਸੇ ਉਸ ਕਨਵੈਂਟ ਸਕੂਲਸ ਨੇ, ਹੁਣ IB ਦਾ ਬੋਰਡ ਇੱਕ ਆ ਗਿਆ, ਇੰਟਰਨੈਸ਼ਨਲ ਬੋਰਡ ਜਿਹਨੂੰ ਕਹਿੰਦੇ ਨੇ, ਕੈਂਬਰਿਜ ਦਾ ਸਿਲੇਬਸ ਕਹਿੰਦੇ ਨੇ ਉਸਨੂੰ, ਉਹ ਸਕੂਲਸ ਵੀ ਹੈ ਨੇ। ਤੇ ਇੱਕ ਪਾਸੇ ਸਾਡਾ ਜਿਹਨੂੰ ਪੰਜਾਬੀ ਦੇ ਵਿੱਚ ਤੱਪੜ ਮਾਰਕਾ, ਸਾਡਾ ਦੇਸੀ ਪੰਜਾਬੀ ਦਾ ਸਾਡਾ ਲੋਕਲ ਸਕੂਲ ਹੈ। ਇਹਨਾਂ ਨੂੰ ਬਰਾਬਰ ਕਰਨਾ ਪਏਗਾ। ਐਜੂਕੇਸ਼ਨ ਨੂੰ ਜਦ ਤੱਕ ਤੁਸੀਂ ਕਮੋਡਿਟੀ ਦੀ ਤਰ੍ਹਾਂ ਡੀਲ ਕਰਦੇ ਰਹੋਗੇ ਨਾ, ਕਿ ਗਾਹਕ ਆਏਗਾ ਤੇ ਖਰੀਦ ਕੇ ਲਿਜਾਏਗਾ, ਉਦੋਂ ਤੱਕ ਐਜੂਕੇਸ਼ਨ ਦਾ ਇਹੀ ਹਾਲ ਰਹਿਣਾ ਹੈ। ਹੁਣ ਠੀਕ ਹੈ, ਉਹਨਾਂ ਕੋਲ ਪ੍ਰਾਈਵੇਟ ਇੰਸਟੀਟਿਊਸ਼ਨਸ ਜੇ ਤੁਸੀਂ ਅਲਾਉ ਕਰ ਦੋਗੇ, ਉਸ ਤੋਂ ਬਾਅਦ ਉਹਨਾਂ ਕੋਲ ਲੌਜਿਕ ਰਹੇਗਾ। ਉਹ ਕਹਿਣਗੇ ਵੀ ਬਈ ਮੈਂ ਆਪਣੇ ਕਲਾਸਰੂਮ 'ਚ AC ਲਾ ਕੇ ਦੇ ਰਿਹਾ ਤੇ ਮੈਂ ਉਹਦੀ ਫੀਸ ਕਿਉਂ ਨਾ ਜ਼ਿਆਦਾ ਲਵਾਂ। ਤੇ ਜੇ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਕੁਝ ਵੀ ਨਹੀਂ ਲਗਾ ਕੇ ਦੇ ਰਹੇ, ਤੁਸੀਂ ਫ੍ਰੀ ਪੜ੍ਹਾ ਰਹੇ ਹੋ। ਸੋ ਇਹ ਰਹੇਗਾ, ਲੇਕਿਨ ਮੈਂ ਕਹਿ ਰਿਹਾ ਕਿ ਕਿਉਂ ਅਲਾਉ ਕੀਤਾ ਜਾਵੇ ਇਸ ਦੇ ਵਿੱਚ ਐਡੀ ਸਾਰੀ ਪ੍ਰੋਫਿਟੀਅਰਿੰਗ। ਐਜੂਕੇਸ਼ਨ ਦੇ ਵਿੱਚ ਅਲਾਉ ਹੀ ਕਿਉਂ ਕੀਤਾ ਜਾਵੇ ਕਿ ਕੋਈ ਆਵੇ ਤੇ ਐਜੂਕੇਸ਼ਨ ਨੂੰ ਐਜ਼ ਅ ਬਿਜ਼ਨਸ ਯੂਜ਼ ਕਰੇ? ਇਹ ਅਲਾਉਡ ਹੀ ਨਹੀਂ ਹੋਣਾ ਚਾਹੀਦਾ। ਔਰ ਇਹ ਬਹੁਤ ਸਾਰੇ ਵੈਸਟਰਨ ਕੰਟਰੀਜ਼ ਜਿਨ੍ਹਾਂ ਦੀ ਜਿਹੜੇ ਆਪਣੇ ਆਪ 'ਚ ਵੱਡੇ ਸਰਮਾਏਦਾਰ ਮੁਲਕ ਨੇ, ਅਮਰੀਕਾ ਹੈ, ਕੈਨੇਡਾ ਹੈ, ਜਿੱਥੇ ਸਾਡੇ ਲੋਕ ਭੱਜੇ ਜਾਂਦੇ ਨੇ, ਉਹਦਾ ਕਾਰਨ ਇੱਕ ਇਹ ਵੀ ਤਾਂ ਹੈ ਨਾ ਕਿ ਉੱਥੇ ਐਜੂਕੇਸ਼ਨ ਦੀ ਗਾਰੰਟੀ ਹੁੰਦੀ ਹੈ ਤੇ ਐਜੂਕੇਸ਼ਨ ਨੇਬਰਹੁੱਡ ਸਕੂਲ ਸਿਸਟਮ ਹੈ। ਤੁਹਾਡੇ ਨੇਬਰਹੁੱਡ ਦੇ ਸਕੂਲ 'ਚ ਹੀ ਤੁਹਾਨੂੰ ਭਰਤੀ ਹੋਣਾ ਪਏਗਾ। ਤੁਸੀਂ ਐਵੇਂ ਸਪੈਸ਼ਲ ਪ੍ਰਿਵਿਲੇजेस ਨਹੀਂ ਲੈ ਜਾ ਸਕਦੇ ਕਿ ਨੇਤਾ ਜੀ ਦਾ ਬੱਚਾ ਜੋ ਹੈ ਉਹ ਦੇਹਰਾਦੂਨ ਪੜ੍ਹਨ ਜਾਏਗਾ ਤੇ ਸਾਡੇ ਵਾਲਾ ਜਿਹੜਾ ਹੈਗਾ ਉਹਨੂੰ ਸਰਕਾਰੀ ਸਕੂਲ 'ਚ ਵੀ ਐਡਮਿਸ਼ਨ ਨਹੀਂ ਮਿਲੇਗੀ। ਇਹੀ ਰੀਜ਼ਨ ਹੈ ਸਰ, ਜੇ ਹਾਈ ਸਕੂਲ ਤੋਂ ਬਾਅਦ ਬੈਚ ਦੇ ਬੈਚ ਉੱਠ ਕੇ ਬਿਲਕੁਲ ਇਵਨ ਐਜ਼ ਅ ਪੈਰੈਂਟ ਵੀ ਅਸੀਂ ਸੋਚਦੇ ਹਾਂ ਵੀ ਇੱਥੇ ਕੀ ਰੱਖਿਆ ਹੈ। ਸੋਚਣਾ ਹੀ ਪੈਂਦਾ ਨਾ, ਤੁਹਾਨੂੰ ਦੋਨੋਂ ਚੀਜ਼ਾਂ ਨੇ। ਤੁਹਾਨੂੰ ਲੱਗਦਾ ਕਿ ਇੱਥੇ ਜੇ ਕੰਮ ਮਿਲ ਵੀ ਜਾਏਗਾ ਤਾਂ ਉਹਦੀ ਪੂਰੀ ਕੀਮਤ ਨਹੀਂ ਮਿਲਣੀ, ਉੱਥੇ ਮੈਨੂੰ ਪਰ ਆਵਰ ਡਾਲਰ ਦੇ ਹਿਸਾਬ ਨਾਲ ਪੇ ਹੋਏਗਾ, ਹੈ ਨਾ। ਮਤਲਬ ਜੇ ਮਿਨੀਮਮ ਵੇਜ ਦੀ ਵੀ ਗੱਲ ਕਰ ਲਈਏ, ਇਸ ਵੇਲੇ ਮੇਰੇ ਖਿਆਲ $8-9 ਮਿਨੀਮਮ ਵੇਜ ਜਾਂ $10 ਮਿਨੀਮਮ ਵੇਜ ਹੈ। ਜੇ ਸਕਿਲਡ ਬੰਦਾ ਹੈ ਤਾਂ ਜਿਹੜੇ ਸੈਗਮੈਂਟ 'ਚ ਮੈਂ ਕੰਮ ਕਰਦਾ, ਸਾਡੇ ਸਾਨੂੰ ਫ੍ਰੀਲਾਂਸਿੰਗ ਜਿਹੜੀਆਂ ਵੈਬਸਾਈਟਸ ਤੋਂ ਕੰਮ ਮਿਲਦਾ ਹੈ, $16 $18 ਪਰ ਆਵਰ ਸਾਨੂੰ ਰੇਟ ਬਹੁਤ ਨੋਰਮਲ ਮਿਲ ਜਾਣ ਵਾਲੀ ਗੱਲ ਹੈਗੀ ਹੈ। ਤੇ ਉਹੀ ਬੰਦਾ ਇੱਥੇ ਬੈਠ ਕੇ ਕੰਮ ਕਰੇਗਾ ਤੇ ਉਹਨੂੰ ਕੋਈ ਕੀਮਤ ਨਹੀਂ ਮਿਲੇਗੀ, ਗਾਰੰਟੀ ਕੋਈ ਨਹੀਂ ਹੋਏਗੀ ਉਸਦੇ ਵੀ ਅੱਜ ਕੰਮ ਹੈ ਤੇ ਕੱਲ ਨੂੰ ਰਹੇਗਾ ਕਿ ਨਹੀਂ ਰਹੇਗਾ। ਸੋ ਇਹ ਸਾਰੀਆਂ ਚੀਜ਼ਾਂ ਲੈਣ ਹੀ ਜਾਂਦੇ ਨੇ ਲੋਕ ਸ਼ਾਇਦ ਉੱਥੇ। ਸੋ ਇਹ ਜੋ ਰਿਪਲਸਿਵ ਐਟੀਟਿਊਡ ਆ, ਇਹ ਜਿਹੜਾ ਲੂਪ ਹੋਲਸ ਆ ਸਾਡੇ ਐਜੂਕੇਸ਼ਨ ਸਿਸਟਮ ਦੇ, ਇਹਦੇ ਕਰਕੇ ਮੈਨੂੰ ਲੱਗਦਾ ਐਜੂਕੇਸ਼ਨ ਨੂੰ ਬਹੁਤ ਮਿਆਰੀ ਬਣਾਇਆ ਜਾਵੇ, ਇਕੁਅਲਾਈਜ਼ ਕੀਤਾ ਜਾਵੇ। ਮਤਲਬ ਤੁਹਾਡੇ ਵੱਡੇ ਤੋਂ ਵੱਡੇ ਬੰਦੇ ਦਾ ਤੇ ਤੁਹਾਡੇ ਛੋਟੇ ਤੋਂ ਛੋਟੇ ਬੰਦੇ ਦਾ ਬੱਚਾ ਸੇਮ ਸਕੂਲ 'ਚ ਪੜ੍ਹੇ। ਜਿਹੜੀ ਇਹ ਇਲੀਟ ਟੈਗ ਲਾ ਕੇ ਕੁਝ ਬੰਦਿਆਂ ਨੇ ਆਪਣੇ ਵਾਸਤੇ ਅਲੱਗ ਸਕੂਲ ਰਾਖਵੇਂ ਕੀਤੇ ਹੋਏ ਨੇ ਨਾ, ਫਿਰ ਉਹਨਾਂ ਨੂੰ ਲੋੜ ਹੀ ਖਤਮ ਹੋ ਜਾਂਦੀ ਹੈ ਬਾਕੀਆਂ ਦੇ ਸਕੂਲਾਂ ਵੱਲ ਕੋਈ ਧਿਆਨ ਦੇਣ ਦੇ। ਬਾਕੀ ਦੇ ਸਕੂਲ ਤਾਂ ਨੀਂਹ ਪੱਥਰ ਰੱਖਣ ਲਈ ਨੇ। ਹੁਣ ਇਲੈਕਸ਼ਨਾਂ ਆ ਗਈਆਂ, ਸਾਰੇ MLA ਆਪਣੇ ਆਪਣੇ ਸਕੂਲ ਨੂੰ ਚੱਲ ਵੀ 10ਵੀਂ ਵਾਲਾ ਸਕੂਲ 12ਵੀਂ ਕਰ ਦੋ। ਹੁਣ ਤੇ ਉਹ ਲਿਸਟਾਂ ਮੰਗਾ ਰਹੇ ਨੇ ਨਾ ਸਰਪੰਚਾਂ ਤੋਂ, ਪਿੰਡਾਂ ਦੇ ਵਿੱਚ ਤੁਹਾਡਾ ਸਕੂਲ ਕਿਹੜਾ ਹੈਗਾ ਜਿਹਦਾ 10ਵੀਂ ਤੋਂ 12ਵੀਂ ਕਰਾਂ ਮੈਂ, ਮਤਲਬ ਕਿਉਂਕਿ ਮੈਂ ਜਾਣਾ ਹੈ, ਮੈਂ ਰੀਬਨ ਕੱਟਣਾ। ਸੋ ਮੇਰੇ ਰੀਬਨ ਕੱਟਣ ਵਾਸਤੇ ਇੱਕ ਮਤਲਬ ਉਹਨਾਂ ਵਾਸਤੇ ਇਹ ਜਸਟ ਇੱਕ ਪ੍ਰਮੋਸ਼ਨ ਹੈ ਹੁਣ। ਸੋ ਇਸ ਕਰਕੇ ਮੈਨੂੰ ਲੱਗਦਾ ਐਜੂਕੇਸ਼ਨ ਸਿਸਟਮ ਤੇ ਮੇਜਰ ਕੰਮ ਹੋਣ ਦੀ ਲੋੜ ਹੈ। ਔਰ ਇੱਕ ਰੌਲਾ ਕੀ ਹੈ, ਜਿਹੜੀ ਓਵਰਆਲ ਟੈਂਡੈਂਸੀ ਹੈ ਸਰਕਾਰ ਦੀ, ਇੱਕ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਪਿਛਲੇ ਦਿਨਾਂ 'ਚ। ਨਿਊ ਐਜੂਕੇਸ਼ਨ ਪਾਲਿਸੀ ਬੇਸਿਕਲੀ ਜੋ ਚੱਲ ਰਿਹਾ ਇਸੇ ਨੂੰ ਲੈਜੀਟਮਾਈਜ਼ ਕਰਨ ਦੀ ਫਾਰਮੂਲਾ ਹੈ। ਉਹ ਕਹਿ ਰਿਹਾ ਕਿ ਜੋ ਚੱਲ ਰਿਹਾ ਹੈ ਇਹਨੂੰ ਤੁਸੀਂ ਪ੍ਰੋਪਰ ਲੀਗਲੀ ਚਲਾਓ। ਤੁਸੀਂ ਬੱਚਿਆਂ ਵਾਸਤੇ ਸੀਟਾਂ ਰਾਖਵੀਆਂ ਕਰ ਦਿਓ ਵੀ ਇੰਨੇ ਗਰੀਬ ਬੱਚਿਆਂ ਨੂੰ ਅਸੀਂ ਸੀਟ ਦੇਤੀ, ਉਸ ਤੋਂ ਬਾਅਦ ਜਿੰਨਾ ਮਰਜ਼ੀ ਲੁੱਟੋ।
ਸੋ ਇਹ ਜਿਹੜਾ ਫਾਰਮੂਲਾ ਹੈ ਇਹ ਲੈਜੀਟੀਮੇਸੀ ਦਿੰਦਾ ਉਹਨਾਂ ਨੂੰ। ਤਾਂ ਮੈਂ ਕਹਿ ਰਿਹਾ ਕਿ ਲੈਜੀਟੀਮੇਸੀ ਖਤਮ ਕਰੋ, ਐਜੂਕੇਸ਼ਨ ਦੇ ਵਿੱਚ ਬਿਜ਼ਨਸ ਅਲਾਉਡ ਹੀ ਨਹੀਂ ਹੋਏਗਾ। ਆਪਾਂ ਦੇਖੋ ਸਾਰੇ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਨੂੰ ਟੈਕਸ ਮਾਫ ਹੈ, ਉਹਨਾਂ ਨੂੰ ਜ਼ਮੀਨ ਜਿਹੜੀ ਹੈ ਉਹ ਸਬਸਿਡਾਈਜ਼ਡ ਰੇਟਾਂ ਦੇ ਉੱਤੇ ਮਿਲਦੀ ਹੈ, ਇਸੇ ਕਰਕੇ ਨਾ ਕਿਉਂਕਿ ਐਜੂਕੇਸ਼ਨ ਕਮੋਡਿਟੀ ਨਹੀਂ ਹੈ, ਬਿਜ਼ਨਸ ਨਹੀਂ ਹੈ, ਬਟ ਉਹ ਕਰ ਬਿਜ਼ਨਸ ਰਹੇ ਨੇ। ਸੋ ਇਸ ਕਰਕੇ ਆਪਾਂ ਨੂੰ ਇਸ ਗੱਲ ਨੂੰ ਚੈਲੰਜ ਕਰਨਾ ਹੀ ਪਏਗਾ ਕਿ ਐਜੂਕੇਸ਼ਨ 'ਚੋਂ ਬਿਜ਼ਨਸ ਬਾਹਰ ਕਰੋ। ਬਿਲਕੁਲ, ਤਾਂ ਹੀ ਸਾਡਾ ਰਿਸੋਰਸ ਇੱਥੇ ਰਹਿ ਸਕਦਾ। ਜੀ ਬਿਲਕੁਲ। ਸਰ ਨਸ਼ੇ ਦੀ ਗੱਲ ਆਪਾਂ ਕਰਦੇ ਹਾਂ, ਬਹੁਤ ਸੁਣਨ ਨੂੰ ਮਿਲਦਾ ਕਿ ਇਹ ਚਿੱਟਾ ਨਾਮੀ ਨਸ਼ਾ ਜਾਂ ਕੋਈ ਹੋਰ ਨਸ਼ੇ ਵੀ ਹੈ ਪੰਜਾਬ ਦੀ ਪੀੜ੍ਹੀ ਦਾ ਘਾਣ ਕੀਤਾ, ਬਹੁਤ ਇਹੋ ਜਿਹੀ ਮੂਵੀਜ਼ ਇਸ ਸਬਜੈਕਟ ਤੇ ਬਣੀਆਂ। ਸਰ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਕਿ ਇਹ ਜਿਹੜੇ ਡਰੱਗਸ ਹੈ ਇਹ ਪ੍ਰੈਵਲੈਂਟ ਇਨ ਪੰਜਾਬ ਹੈ ਐਂਡ ਵਾਟ ਇਜ਼ ਦ ਰੀਜ਼ਨ ਬਿਹਾਈਂਡ? ਕੀ ਲੱਗਦਾ ਤੁਹਾਨੂੰ? ਦੇਖੋ ਡਰੱਗਸ ਪੰਜਾਬ ਦੇ ਵਿੱਚ ਕਈ ਕਾਰਨ ਹੋ ਸਕਦੇ ਨੇ। ਡਰੱਗਸ ਪੰਜਾਬ 'ਚ ਹੈ ਨੇ, ਪਹਿਲੀ ਗੱਲ ਤੇ ਆਪਾਂ ਇਸ ਤੋਂ ਮੁਨਕਰ ਨਾ ਕਰੀਏ ਹੋਇਆ। ਸਭ ਤੋਂ ਪਹਿਲੀ ਗੱਲ ਪੰਜਾਬ ਦੇ ਵਿੱਚ ਹੈ ਨੇ ਇਹ। ਸਾਡੇ ਪੰਜਾਬ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋਏ ਨੇ, ਚਿੱਟੇ ਨਾਲ ਵੀ ਹੋਏ ਨੇ, ਉਦੋਂ ਪਹਿਲਾਂ ਕਈ ਕਿਸਮ ਦੇ ਅਲੱਗ-ਅਲੱਗ ਚੱਲਦੇ ਰਹੇ ਨੇ ਡਰੱਗਸ, ਨੈਕਸਸ ਨੇ ਲੰਬੇ ਚੌੜੇ ਇੱਥੇ। ਕੁਝ ਸਾਡੇ ਦੇਖੋ ਦੇਸੀ ਕਿਸਮ ਦੇ ਨਸ਼ੇ ਸੀਗੇ, ਜਿਵੇਂ ਮਤਲਬ ਭੁੱਕੀ, ਅਫੀਮ, ਇਹ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਪਹਿਲਾਂ ਤੋਂ ਹੈ, ਕੋਈ ਨਵਾਂ ਨਹੀਂ ਹੈਗਾ। ਉਹਦੇ 'ਚ ਹੋਇਆ ਕਿ ਰਾਜਸਥਾਨ ਦੇ ਵਿੱਚ ਮੰਨ ਲਓ ਠੇਕੇ ਨੇ, ਲੀਗਲਾਈਜ਼ਡ ਹੈ, ਠੇਕਿਆਂ ਤੋਂ ਮਿਲਦੀ ਹੈਗੀ ਹੈ, ਤੇ ਉੱਥੋਂ ਲੋਕੀ ਲੈ ਆਉਂਦੇ ਨੇ ਤੇ ਇਲੀਗਲੀ ਮੰਨ ਲਓ ਉਹਨਾਂ ਦੀ ਟਰਾਂਸਫਰ ਹੀ ਇਲੀਗਲ ਹੈ। ਬਾਕੀ ਤੇ ਤੁਸੀਂ ਰਾਜਸਥਾਨ ਦੇ ਵਿੱਚ ਕਿਰਾਏ ਤੇ ਕਮਰਾ ਲੈ ਕੇ ਵੀ ਖਾ ਸਕਦੇ ਹੋ। ਤੇ ਉਹ ਲੇਕਿਨ ਪੰਜਾਬ 'ਚ ਕਿਉਂ ਚੱਲਦੀ ਸੀ ਉਹ? ਆਪਾਂ ਇੱਕ ਸੱਚਾਈ ਤੋਂ ਵਾਕਫ ਵੀ ਹੋਈਏ, ਗਰੀਬ ਬੰਦੇ ਨੂੰ ਡਾਈਟ ਨਹੀਂ ਮਿਲੇਗੀ। ਮਤਲਬ ਇੱਕ ਬੰਦੇ ਨੇ ਨਾ, ਤਕੜੇ ਬੰਦੇ ਨੇ ਕੰਮ ਤੇ ਰੱਖਣਾ ਹੋਵੇ ਕਿਸੇ ਦਿਹਾੜੀਏ ਨੂੰ, ਉਹ ਸਾਰਾ ਦਿਨ ਉਸ ਤੋਂ ਕੰਮ ਕਰਾਏਗਾ, ਸ਼ਾਮ ਨੂੰ ਜਦੋਂ ਆਪਣਾ ਹੱਥ ਪੈਰ ਜੇ ਧੋ ਕੇ ਕਹੇਗਾ ਵੀ ਹੁਣ ਬਾਊ ਜੀ ਛੁੱਟੀ ਦਾ ਟਾਈਮ ਹੋ ਗਿਆ, ਤਾਂ ਸਰਦਾਰ ਜੀ ਅੱਗੋਂ ਕਹਿਣਗੇ ਵੀ ਐਂ ਕਰ, ਤੈਨੂੰ ਕੈੜੀ ਜੀ ਕਰਕੇ ਚਾਹ ਪਾ ਕੇ ਦਿੰਦਾ, ਤੂੰ 2 ਘੰਟੇ ਹੋਰ ਲਾ ਦੇ। ਸੋ ਕੈੜੀ ਜੀ ਕਰਕੇ ਚਾਹ ਦਾ ਮਤਲਬ ਇਹ ਹੁੰਦਾ ਵੀ ਅੱਧਾ ਚਮਚਾ ਉਸ ਦੇ ਵਿੱਚ ਭੁੱਕੀ ਦਾ ਮਾਰਿਆ ਜਾਏਗਾ, ਲਾਇਆ ਤਾਂ ਉੱਥੇ ਜਾਂਦਾ ਬੰਦੇ ਨੂੰ, ਜ਼ਿਆਦਾ ਕੰਮ ਲਿੱਤਾ ਜਾਏਗਾ ਉਸ ਤੋਂ। ਤੁਸੀਂ ਡਾਈਟ ਉਸ ਤਰ੍ਹਾਂ ਦੀ ਬੰਦਿਆਂ ਦੀ ਹੋਏਗੀ ਨਹੀਂ, ਤੇ ਬੰਦੇ ਨੇ ਆਪਣੇ ਕੰਮ ਨੂੰ, ਨਤੀਜਾ ਕੀ ਹੈ? ਸਾਡੇ ਭੱਠਾ ਮਜ਼ਦੂਰ, ਸਾਡੇ ਖੇਤ ਮਜ਼ਦੂਰ, ਸਾਡੇ ਪਿੰਡਾਂ ਦੇ ਵਿੱਚੋਂ ਦਿਹਾੜੀਦਾਰ ਹੋਰ ਮਜ਼ਦੂਰ, ਤੁਸੀਂ ਉਹਨਾਂ ਦੀ ਹਾਲਤ ਦੇਖੋ। 40 ਸਾਲ ਦਾ ਬੰਦਾ ਜਿਹੜਾ ਹੈਗਾ ਉਹ ਤੁਹਾਨੂੰ ਲੱਗੇਗਾ ਜਿਵੇਂ ਸ਼ਹਿਰ ਦੇ ਵਿੱਚ ਰਹਿਣ ਵਾਲਾ ਕੋਈ ਰਿਟਾਇਰਡ ਟੀਚਰ 60-70 ਸਾਲ ਦੀ ਉਮਰ 'ਚ ਜਾ ਕੇ ਹੁੰਦਾ। ਉਹ ਹਾਲ ਤੁਸੀਂ 40 ਸਾਲ ਤੋਂ 20 ਸਾਲ ਜੀਵਨ ਦੇ ਆਪਣੇ ਉਹ ਨਸ਼ਟ ਕਰ ਦਿੰਦਾ। ਸੋ ਉਹ ਇਸੇ ਨਸ਼ੇ, ਕਿਉਂਕਿ ਨਸ਼ਾ ਕਰਕੇ ਐਸਾ ਨਹੀਂ ਕਿ ਉਹਨੇ ਨਸ਼ੇ ਕਰਕੇ ਐਸ਼ ਕੀਤੀ, ਉਹਨੇ ਨਸ਼ੇ ਕਰਕੇ ਕੰਮ ਕੀਤਾ। ਫਿਰ ਦੂਜੇ ਪਾਸੇ ਹੈ ਸਾਡੇ ਉਹ ਡਰੱਗਸ ਜਿਹੜੇ ਬੇਸਿਕਲੀ ਫਰਸਟ੍ਰੇਸ਼ਨ 'ਚੋਂ ਕੀਤੇ ਜਾਂਦੇ ਨੇ। ਉਹ ਮੈਂ ਸਮਝਦਾ ਯੂਥ ਦੇ ਵਿੱਚ ਪ੍ਰੈਵਲੈਂਟ ਹੈ ਜਿਹੜੇ, ਜਿਹਦੇ ਵਿੱਚ ਆਪਾਂ ਜਿਹਨੂੰ ਆਪਾਂ ਚਿੱਟਾ ਕਹਿ ਲਓ, ਜਿਹਦੇ 'ਚ ਆਪਾਂ ਥੋੜ੍ਹੇ ਜਿਹੇ ਹੋਰ ਆਹ ਸਮੈਕ ਵੀ ਇਸ ਵੇਲੇ ਅਵੇਲੇਬਲ ਹੋ ਰਹੀ ਹੈ, ਪਿੰਡਾਂ ਦੇ ਵਿੱਚ ਆਮ ਚੱਲ ਰਹੀ ਹੈ। ਹੋਰ ਕਈ ਕਿਸਮ ਦੇ ਕਈ ਦੇਸੀ ਜੁਗਾੜ ਉਹਨਾਂ ਨੇ ਬਣਾ ਰੱਖੇ ਨੇ, ਕੋਈ ਆਇਓਡੈਕਸ ਖਾਈ ਜਾ ਰਿਹਾ, ਕੋਈ ਸਪਿਰਿਟ ਸੁੰਘੀ ਜਾ ਰਿਹਾ, ਇਹੋ ਜਿਹਾ ਕੁਛ ਵੀ ਚੱਲ ਰਿਹਾ। ਜਾਂ ਕੁਝ ਕੈਮਿਸਟਾਂ ਦੀਆਂ ਦੁਕਾਨਾਂ ਤੋਂ ਗੋਲੀਆਂ ਅਵੇਲੇਬਲ ਨੇ, ਕੋਈ ਮੋਨੋਟਿਲ, ਲੋਮੋਟਿਲ, ਕਿੰਨੀਆਂ ਗੋਲੀਆਂ ਮੈਂ ਤੁਹਾਨੂੰ ਗਿਣਾ ਸਕਦਾ ਹਾਂ ਜਿਹੜੀਆਂ ਅਦਰਵਾਈਜ਼ ਕੋਈ ਡਾਇਰੀਆ ਦੇ ਇਲਾਜ ਵਾਸਤੇ ਆਉਂਦੀ ਹੈ, ਲੇਕਿਨ ਉਹ ਖਾਧੀ ਜਾਂਦੀ ਹੈ ਨਸ਼ੇ ਵਾਸਤੇ। ਜਦੋਂ ਮੁੱਕ ਭਰ ਕੇ ਬੰਦੇ ਨੇ ਅੰਦਰ ਮਲ ਲੈਣਾ, ਆਪੇ ਉਹ ਨਸ਼ਾ ਕਰਨਾ ਉਸਨੇ। ਇਸੇ ਤਰ੍ਹਾਂ ਤੁਹਾਡੀਆਂ ਦਰਦ ਦੀਆਂ ਜਿੰਨੀਆਂ ਦਵਾਈਆਂ ਨੇ, ਇਹ ਸਾਰੀਆਂ ਨਸ਼ੇ ਦੇ ਤੌਰ 'ਤੇ ਵੱਡੇ ਪੱਧਰ 'ਤੇ ਯੂਜ਼ ਹੋ ਰਹੀਆਂ ਨੇ। ਫਿਰ ਤੁਹਾਡੀ ਖੰਘ ਵਾਸਤੇ, ਖਾਂਸੀ ਵਾਸਤੇ ਜਿੰਨੀਆਂ ਦਵਾਈਆਂ ਆਉਂਦੀਆਂ ਨੇ, ਸਾਰੇ ਕਫ ਸਿਰਪ ਜਿਹੜੇ ਨੇ ਨਸ਼ੇ ਵਾਸਤੇ ਵੱਡੇ ਪੱਧਰ 'ਤੇ ਵਿਕ ਰਹੇ ਨੇ। ਤੁਹਾਨੂੰ ਇਹ ਜਿਹੜਾ ਹੈ ਇਹਦੇ 'ਤੇ ਚਿੰਤਾ ਕਰਨੀ ਪੈਣੀ ਹੈ। ਇਹ ਕੇਸ ਬਿਲਕੁਲ ਅਲੱਗ ਹੈ। ਇਹ ਤੁਹਾਡਾ ਬੇਰੁਜ਼ਗਾਰੀ 'ਚੋਂ ਜਨਰੇਟ ਹੋਇਆ ਕੇਸ ਹੈ। ਬੇਰੁਜ਼ਗਾਰੀ ਹੈ, ਬੰਦੇ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਆਪਣੇ ਜੀਵਨ ਦਾ ਕਰਨਾ ਕੀ ਹੈ। ਸੋ ਉਹ ਕੀ ਕਰਦਾ, ਇੱਕ ਫਾਲਸ ਜੀਵਨ ਦੇ ਵਿੱਚ ਰਹਿਣਾ ਚਾਹੁੰਦਾ, ਇੱਕ ਫਾਲਸ ਆਪਣੀ ਸਿਚੁਏਸ਼ਨ ਕ੍ਰੀਏਟ ਕਰਦਾ ਆਪਣੇ ਦੁਆਲੇ, ਜਿਹਦੇ 'ਚ ਸਭ ਅੱਛਾ ਹੈ। ਸੋ ਉਹ ਜਿਹੜਾ ਸਭ ਅੱਛਾ ਹੈ ਵਾਲਾ ਸਿਚੁਏਸ਼ਨ ਕ੍ਰੀਏਟ ਕਰਨੀ ਹੈ ਨਾ ਬੰਦੇ ਨੇ, ਉਹ ਸਿਚੁਏਸ਼ਨ ਵਾਸਤੇ ਬੇਸਿਕਲੀ ਇਹ ਸਾਰੀਆਂ ਗੋਲੀਆਂ ਨੇ। ਔਰ ਇਹ ਮੈਂ ਕਹਿ ਰਿਹਾ ਕਿ ਸਰਕਾਰ ਦਾ ਕਿਤੇ ਨਾ ਕਿਤੇ ਇੰਟਰਸਟ ਹੈ, ਕਿਉਂਕਿ ਜੇ ਇਹ ਸਾਰਾ ਕੁਝ ਨਹੀਂ ਹੋਏਗਾ ਤਾਂ ਤੁਸੀਂ ਦੇਖ ਲਿਓ, ਮਤਲਬ ਇੱਕ ਮੈਂ ਕਹਿ ਰਿਹਾ ਕਿ ਇੱਕ ਪੂਰਾ ਕੌਕਸ ਹੈ, ਇੱਕ ਨੈਕਸਸ ਹੈ ਗਵਰਨਮੈਂਟ, ਪੁਲਿਸ ਔਰ ਜਿਹੜੇ ਆਹ ਸਮਗਲਰਸ ਜਾਂ ਕ੍ਰਿਮੀਨਲਸ ਨੇ, ਇਹਨਾਂ ਦਾ ਇੱਕ ਕਾਮਨ ਇੰਟੈਂਸ਼ਨ ਹੈ ਸਾਰਿਆਂ ਦੀ। ਕ੍ਰਿਮੀਨਲ ਜਿਹੜਾ ਹੈਗਾ ਉਹਦੇ 'ਚੋਂ ਲੈਂਦਾ ਹੈ, ਮੰਨ ਲਓ ਪੈਸੇ ਕਮਾਉਂਦਾ ਹੈ, ਨੇਤਾ ਵੀ ਉਸ 'ਚੋਂ ਪੈਸੇ ਕਮਾਉਂਦਾ ਹੈ, ਤੇ ਗਵਰਨਮੈਂਟ ਇਨ ਜਨਰਲ ਇਸ ਗੱਲ ਤੋਂ ਬੈਨੀਫਿਟ ਕਰਦੀ ਹੈ ਕਿ ਲੋਕ ਫਰਸਟ੍ਰੇਸ਼ਨ ਜਿਹੜੀ ਹੈ ਸਰਕਾਰ ਦੇ ਅਗੇਂਸਟ ਨਹੀਂ ਕੱਢਣਗੇ, ਉਹ ਆਪਣੇ ਹੀ ਜੀਵਨ ਨੂੰ ਨਸ਼ਟ ਕਰਕੇ ਕੱਢਣਗੇ। ਸੋ ਇਹ ਸਿਚੁਏਸ਼ਨ ਹੈ। ਸੋ ਇਸ ਨੈਕਸਸ ਨੂੰ ਜਦ ਤੱਕ ਤੋੜਿਆ ਨਹੀਂ ਜਾਂਦਾ, ਐਕਸਪੋਜ਼ ਨਹੀਂ ਕੀਤਾ ਜਾਂਦਾ, ਉਹ ਮਤਲਬ ਉਦੋਂ ਤੱਕ ਇਹ ਹੁਣ ਵੀ ਚੋਣ ਮੁੱਦਾ ਹੈ ਪੰਜਾਬ ਦੇ ਵਿੱਚ। ਡਰੱਗਸ ਦੀ ਗੱਲ ਜਿੰਨੀ ਹੁਣ ਹੋ ਰਹੀ ਹੈ ਉਹ ਚੋਣ ਮੁੱਦਾ ਹੈ। ਜੇ ਕਾਂਗਰਸ ਨੇ ਅਕਾਲੀਆਂ 'ਤੇ ਹਮਲਾ ਕਰਨਾ, ਉਹਨੇ ਇੱਕ ਅਕਾਲੀਆਂ ਨੂੰ ਫੜ ਕੇ ਅੰਦਰ ਕਰ ਦੇਣਾ, ਅਕਾਲੀਆਂ ਨੇ ਕਾਂਗਰਸ ਉੱਤੇ ਹਮਲਾ ਕਰਨਾ, ਉਹਨਾਂ ਨੇ ਇਹਨਾਂ ਦੇ ਕਿਸੇ ਨੂੰ, ਹੈਗੇ ਸਾਰੇ ਹੀ ਨੰਗੇ ਨੇ ਉਸ ਹਮਾਮ ਦੇ ਵਿੱਚ, ਤੇ ਕਦੇ ਕਿਸੇ ਨੂੰ ਐਕਸਪੋਜ਼ ਕਰਤਾ, ਕਦੇ ਕਿਸੇ ਨੂੰ ਐਕਸਪੋਜ਼ ਕਰਤਾ। ਜਿਹੜਾ ਰੂਟ ਕਾਜ਼ ਹੈ ਉਹ ਹੈਗਾ ਕਿ ਇਹ ਸਾਰੇ ਦੇ ਸਾਰਾ ਇੱਕ ਨੈਕਸਸ ਹੈ, ਇਹਨੂੰ ਇਕੱਠੇ ਨੂੰ ਐਕਸਪੋਜ਼ ਕਰਨਾ ਪੈਣਾ ਹੈ, ਤੇ ਇਹਨਾਂ ਦੇ ਇੰਟਰਸਟ ਐਕਸਪੋਜ਼ ਕਰਨੇ ਪੈਣੇ। ਕਿਉਂ ਕਰ ਰਹੇ ਨੇ, ਇਹਨਾਂ ਦਾ ਇੰਟਰਸਟ ਕੀ ਹੈ ਇਸ ਦੇ ਵਿੱਚ? ਇੱਕ ਪੈਸਾ ਹੈ, ਲੇਕਿਨ ਸਿਰਫ ਪੈਸਾ ਨਹੀਂ ਹੈ, ਉਸ ਤੋਂ ਇਲਾਵਾ ਇਹ ਯੂਥ ਨੂੰ ਖਤਮ ਕਰਨਾ, ਯੂਥ ਨੂੰ ਇਸ ਲਾਇਕ ਨਾ ਛੱਡਣਾ ਕਿ ਉਹ ਰਿਵੋਲਟ ਕਰ ਸਕੇ। ਕਿਉਂਕਿ ਜਦੋਂ ਯੂਥ ਇੱਕ ਵਾਰੀ ਅਲਾਈਨ ਹੋਇਆ, ਕਿਸਾਨ ਮੂਵਮੈਂਟਸ ਤੁਸੀਂ ਦੇਖਿਆ ਕੀ ਕਰਤਾ ਉਸਨੇ। ਬਿਲਕੁਲ। ਸੋ ਇਸੇ ਤੋਂ ਡਰਦੇ ਨੇ, ਇਸੇ ਕਰਕੇ ਯੂਥ ਦੇ ਵਿੱਚ ਇਹ ਇੱਕ ਮੇਜਰ ਇੰਟੈਂਸ਼ਨ ਹੈ ਇਹਨਾਂ ਦੀ, ਸਪਰੈਸ ਕਰ ਦੋ। ਹਾਂ,
ਸੋ ਇਹ ਮੈਨੂੰ ਲੱਗਦਾ ਨਸ਼ੇ ਦੇ ਮਾਮਲੇ ਨੂੰ ਕਿਉਂਕਿ ਅਦਰਵਾਈਜ਼ ਦੇਖੋ ਜਿਸ ਗੱਲ ਸਿਰਫ ਸਮਝਾਉਣ ਦੀ ਹੋਵੇ, ਤੁਸੀਂ ਤੇ ਮੈਂ ਇੱਥੇ ਵਧੀਆ, ਸਾਡੇ ਕੋਲ ਮੌਕਾ ਹੈ, ਬਹੁਤ ਸਾਰੇ ਦਰਸ਼ਕ ਦੇਖ ਰਹੇ ਨੇ, ਅਸੀਂ ਉਹਨਾਂ ਨੂੰ ਸਮਝਾ ਦਈਏ ਵੀ ਬੇਟਾ ਨਸ਼ੇ ਨਹੀਂ ਕਰੀਦੇ ਹੁੰਦੇ, ਬਟ ਇਹ ਗੱਲ ਤੇ ਸਾਡੇ ਧਰਮ ਗ੍ਰੰਥ ਪਿਛਲੇ 5000 ਸਾਲ ਤੋਂ ਸਮਝਾ ਰਹੇ ਨੇ ਜੀ, ਨਹੀਂ ਮੰਨਿਆ ਕੋਈ, ਨਸ਼ੇ ਤਾਂ ਲਗਾਤਾਰ ਵਧੇ ਨੇ। ਕੌਣ ਹੈ? ਹਰ ਪੇਰੈਂਟ ਬੱਚੇ ਨੂੰ ਕਹਿੰਦਾ ਨਸ਼ੇ ਨਹੀਂ ਕਰੀਦੇ, ਫਿਰ ਵੀ ਯਾਨੀ ਸਮਝਾਉਣ ਦੀ ਤੇ ਕੋਈ ਕਮੀ ਨਹੀਂ ਹੈ ਨਾ। ਦੇयर इज ਸਮਥਿੰਗ ਐਲਸ, ਕੁਝ ਹੋਰ ਹੈ ਜੋ ਇਹਨਾਂ ਨੂੰ ਮਜਬੂਰ ਕਰ ਰਿਹਾ ਕਿ ਸਾਰਾ ਕੁਝ ਗਿਆਨ ਹੋਣ ਦੇ ਬਾਵਜੂਦ ਇਹਦੀ ਲੋੜ ਪੈ ਰਹੀ ਹੈ। ਸੋ ਸਾਨੂੰ ਉਹ ਸੋਰਸ ਖਤਮ ਕਰਨਾ ਪਏਗਾ, ਜਦ ਤੱਕ ਉਸ ਨੂੰ ਪਲੱਗ ਆਫ ਨਹੀਂ ਕਰੋਗੇ ਤਦ ਤੱਕ ਨਹੀਂ ਹੋਏਗਾ। ਹੈਲਥ ਕੇਅਰ ਫੈਸਿਲਿਟੀਜ਼ ਤੇ ਲਾਅ ਐਂਡ ਆਰਡਰ ਸਿਕਿਉਰਿਟੀ ਦੀ ਗੱਲ ਕਰੀਏ, ਇਸ ਖੇਤਰ 'ਚ ਪੰਜਾਬ ਕਿੱਥੇ ਖੜਦਾ ਅੱਜ ਦੀ ਵਿੱਚ? ਤੁਹਾਡੇ ਸਾਹਮਣੇ ਹੀ ਹੈ ਜੀ ਹੈਲਥ ਕੇਅਰ ਦੀ ਸਿਚੁਏਸ਼ਨ। ਆਪਣੇ ਜੇ ਆਪਾਂ ਧਿਆਨ ਨਾਲ ਨੋਟ ਕਰੀਏ, ਇਸ ਵੇਲੇ ਸਾਰਾ ਹੈਲਥ ਸਿਸਟਮ ਆਪਣਾ ਉਹ ਚੱਲ ਰਿਹਾ ਹੈ ਸਕੀਮ ਵਰਕਰਸ ਦੇ ਸਿਰ ਤੇ। ਪਿੰਡ ਦੀ ਸਭ ਤੋਂ ਬੇਸਿਕ ਚੀਜ਼ ਹੋ ਗਈ, ਜਿੱਥੇ ਇੱਕ ਜਿਹੜੀ ਆਸ਼ਾ ਵਰਕਰ ਹੈ ਜੀ, ਆਸ਼ਾ ਵਰਕਰ, ਉਸ ਤੋਂ ਬਾਅਦ ਤੁਹਾਡੀ ANM GNM, ਉਸ ਤੋਂ ਬਾਅਦ ਤੁਹਾਡਾ ਇੱਕ ਜਿਹਨੂੰ ਆਪਾਂ ਪ੍ਰਾਇਮਰੀ ਹੈਲਥ ਸੈਂਟਰ ਕਹਿੰਦੇ PHC, ਉਸ ਤੋਂ ਬਾਅਦ ਤੁਹਾਡਾ ਡਿਸਟ੍ਰਿਕਟ ਦੇ ਉੱਤੇ ਇੱਕ ਹਸਪੀਟਲ ਹੈ, ਉਸ ਤੋਂ ਬਾਅਦ ਸਿੱਧੇ ਜਿਹੜੇ ਹਸਪੀਟਲ ਸੀਗੇ, ਜਿਵੇਂ ਫੋਰ ਐਗਜ਼ਾਮਪਲ 6 ਫੇਸ ਮੋਹਾਲੀ ਦਾ ਸਰਕਾਰੀ ਹਸਪੀਟਲ ਸੀਗਾ, ਉਹਦੇ ਅੱਧੇ ਤੋਂ ਜ਼ਿਆਦਾ ਜ਼ਮੀਨ ਮੈਕਸ ਹਸਪੀਟਲ ਨੂੰ ਦੇਤੀ। ਬਠਿੰਡੇ ਦਾ ਸਰਕਾਰੀ ਹਸਪੀਟਲ ਸੀ, ਅੱਧੇ ਤੋਂ ਜ਼ਿਆਦਾ ਜ਼ਮੀਨ ਉਸਦੀ ਮੈਕਸ ਹਸਪੀਟਲ ਨੂੰ ਦੇ ਦਿੱਤੀ ਗਈ। ਸੋ ਸਰਕਾਰੀ ਹਸਪੀਟਲ ਜਿਹੜਾ ਹੈਗਾ ਬੇਸਿਕਲੀ ਸਲੋ ਐਂਡ ਸਟੱਡੀਲੀ ਸ਼ਿਫਟ ਕੀਤਾ ਗਿਆ ਪ੍ਰਾਈਵੇਟ ਹੈਲਥ, ਔਰ ਪ੍ਰਾਈਵੇਟ ਹੈਲਥ ਕੇਅਰ ਸਿਸਟਮ ਨੂੰ ਇਹਨਾਂ ਨੇ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਸਾਨੂੰ ਮਤਲਬ ਬਣਾ ਇਸ ਤਰ੍ਹਾਂ ਦਿੱਤਾ ਕਿ ਤੁਸੀਂ ਉਹਦੇ ਵਿੱਚ ਤੁਹਾਡੇ ਵਾਸਤੇ ਕੋਟਾ ਫਿਕਸ ਕੀਤਾ ਹੋਇਆ ਹੈ ਕਿ ਗਰੀਬ ਬੰਦਿਆਂ ਨੂੰ ਇੰਨੀ ਉਹਨਾਂ ਨੇ ਕਰਨਾ ਹੈ, ਲੇਕਿਨ ਗਰੀਬ ਬੰਦਾ ਉਸ ਕੋਟੇ ਦੇ ਬਾਵਜੂਦ ਉੱਥੇ ਨਹੀਂ ਜਾ ਸਕਦਾ। ਫਿਰ ਕੀ ਹੈ, ਸਰਕਾਰੀ ਮਨੀ ਫਲੋ ਕਰ ਰਿਹਾ ਹੈ ਪ੍ਰਾਈਵੇਟ ਹੈਲਥ ਕੇਅਰ ਸਿਸਟਮ 'ਚ। ਕਿਵੇਂ? ਉਹ ਤੁਹਾਡਾ ਇੱਕ ਕਾਰਡ ਬਣਾ ਦਿੱਤਾ ਜਾਏਗਾ ਜਿਹੜਾ ਤੁਹਾਨੂੰ ਇੰਸ਼ੋਰੈਂਸ ਕਾਰਡ ਹੈ, ਤੁਹਾਡੀ ਜੌਬ ਤੋਂ ਹੋ ਸਕਦਾ ਹੈ, ਤੁਹਾਨੂੰ ਕੋਈ ਸੋਸ਼ਲ ਸਿਕਿਉਰਿਟੀ ਦੇ ਨਾਂ 'ਤੇ ਦੇ ਸਕਦਾ ਹੈ। ਤੁਸੀਂ ਉਸ ਹੈਲਥ ਕਾਰਡ ਲੈ ਕੇ ਉੱਥੇ ਜਾਂਦੇ ਹੋ, ਉਹ ਤੁਹਾਡਾ ਜੋ ਨਹੀਂ ਵੀ ਹੋਣਾ ਬਣਦਾ ਉਹ ਵੀ ਕਰ ਦੇਗਾ, ਕਿਉਂਕਿ ਉਹਨੇ ਗਵਰਨਮੈਂਟ ਤੋਂ ਰਿਫੰਡ ਕਰਵਾ ਲੈਣਾ। ਓਕੇ। ਦੂਜੇ ਪਾਸੇ ਜਿਹੜੇ ਬੰਦੇ ਦੀ ਰੀਅਲ ਲੋੜ ਹੈ, ਜਿਹਦੇ ਕੋਲ ਨਾ ਕੋਈ ਕਾਰਡ ਹੈ, ਨਾ ਉਹ ਕਿਸੇ ਐਸੇ ਸਿਸਟਮ ਦਾ ਪਾਰਟ ਹੈ, ਉਹਦੀ ਡਿਪੈਂਡੈਂਸ ਸਿਰਫ ਤੇ ਸਿਰਫ ਹੈਲਥ ਕੇਅਰ ਦੀ ਆਪਣੀ ਸਿੰਪਲ ਜਿਹੜੀ ਡਿਸਪੈਂਸਰੀ ਹੈ ਉਹੀ ਹੈ। ਉਹਦੇ ਵਾਸਤੇ ਨਾ ਉੱਥੇ ਡਾਕਟਰ ਮਿਲੇਗਾ, ਨਾ ਨਰਸ ਮਿਲੇਗੀ, ਨਾ ਉਹਦੇ ਵਾਸਤੇ ਇਲਾਜ ਦੀ ਸਮਾਨ ਮਿਲੇਗਾ ਉੱਥੇ। ਸੋ ਇਹ ਮੈਨੂੰ ਤਾਂ ਲੱਗਦਾ ਮੇਜਰ, ਤੁਸੀਂ ਸਭ ਤੋਂ ਵੱਡਾ ਇੱਥੋਂ ਦੇਖੋ, ਤੁਹਾਡਾ ਬਠਿੰਡਾ, ਸੰਗਰੂਰ, ਮੋਗਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਇਹ ਅਪਰ ਮਾਲਵਾ, ਨੀਅਰਲੀ ਸਾਰੇ ਦਾ ਸਾਰਾ ਕੈਂਸਰ ਬੈਲਟ ਡਿਕਲੇਅਰ ਹੋਣ ਦੀ ਕਗਾਰ ਤੇ ਹੈ ਜੀ। ਐਸੇ ਪਿੰਡ ਨੇ ਤੁਹਾਡੇ, ਇੱਕ ਮਸ਼ਹੂਰ ਹੋਇਆ ਸੀ ਪਿੰਡ ਦਾ ਨਾਮ ਨਹੀਂ ਇੱਥੇ ਲੈਣਾ ਕਿਉਂਕਿ ਉਹ ਪਿੰਡ ਨੇ ਬੁਰਾ ਮਨਾਇਆ ਇਸ ਗੱਲ ਦਾ, ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ, ਉਹ ਸਾਰੇ ਦੇ ਸਾਰੇ ਪਿੰਡ ਦੇ ਵਿੱਚ ਐਟਲੀਸਟ ਹਰ ਘਰ 'ਚੋਂ ਇੱਕ ਮਰੀਜ਼ ਜਿਉਂਦਾ ਤੇ ਇੱਕ ਦੀ ਮੌਤ ਹੋ ਚੁੱਕੀ ਕੈਂਸਰ ਦਾ, ਇੱਕੋ ਹੀ ਪਿੰਡ ਦੇ ਵਿੱਚ। ਸੋ ਜੇ ਇਹ ਸਿਚੁਏਸ਼ਨ ਹੈ ਤਾਂ ਫਿਰ ਇਹ ਹੈਲਥ ਕੇਅਰ ਦੀ ਤਾਂ ਮੀਟਰ ਇੱਥੋਂ ਹੀ ਨਾਪ ਲੈਣਾ ਚਾਹੀਦਾ ਸਾਨੂੰ। ਟ੍ਰੇਨ ਚੱਲਦੀ ਹੈ ਇੱਕ ਬਠਿੰਡੇ ਤੋਂ, ਉਸਨੂੰ ਕੈਂਸਰ ਐਕਸਪ੍ਰੈਸ ਕਹਿੰਦੇ ਜੀ, ਗੰਗਾ ਨਗਰ ਨੂੰ ਜਾਂਦੀ ਹੈ। ਸੋ ਇਹ ਇੱਥੋਂ ਹੀ ਸਾਨੂੰ ਨਾਪ ਲੈਣਾ ਚਾਹੀਦਾ ਵੀ ਸਾਡੇ ਹੈਲਥ ਕੇਅਰ ਦੀ ਸਿਚੁਏਸ਼ਨ ਕੀ ਹੈ। ਬਾਕੀ ਗੱਲਾਂ ਨੇ ਇਸ ਤੋਂ ਇਲਾਵਾ ਕੋਈ ਅਨਾਊਂਸ ਕਰੀ ਚੱਲੇ ਵੀ ਕੋਈ, ਹੁਣ ਪਤਾ ਲੱਗਿਆ ਮੋਦੀ ਸਾਹਿਬ ਆ ਰਹੇ ਨੇ ਕਿ ਉੱਥੇ ਕੋਈ ਸੈਟੇਲਾਈਟ ਸੈਂਟਰ ਉਹਨਾਂ ਨੇ PGI ਬਣਾਉਣਾ ਹੈਗਾ, ਕਰੋਗੇ ਕੀ? ਕੁਐਸਚਨ ਇਜ਼ ਲੋਕਾਂ ਤੱਕ ਅਪਰੋਚ ਕਿਵੇਂ ਹੋਏਗਾ, ਲੋਕੀ ਉਸ ਨੂੰ ਅਫੋਰਡ ਕਿਵੇਂ ਕਰਨਗੇ, ਲੋਕੀ ਉਹਦੇ ਵਿੱਚ ਪਾਰਟ ਕਿਵੇਂ ਬਣਨਗੇ ਉਸ ਸਿਸਟਮ ਦਾ। ਲੋਕੀ ਤੇ ਅੱਜ ਵੀ ਹਾਲਤ ਪੰਜਾਬ ਦੀ ਇਹ ਹੈ ਵੀ ਉਹਨਾਂ ਨੂੰ ਲੱਗਦਾ ਵੀ ਕਿਤੇ ਉਹ ਝਾੜਾ ਝੂੜਾ ਹੀ ਪਵਾ ਕੇ, ਜੇ ਹਥੌੜਾ ਕਰਾ ਕੇ ਜੇ ਕੋਈ ਬਿਮਾਰੀ ਠੀਕ ਹੋ ਜਾਏ ਤਾਂ ਬੈਟਰ ਹੈ, ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ, ਉਹ ਨਹੀਂ ਜਾ ਸਕਦੇ, ਅਫੋਰਡ ਨਹੀਂ ਕਰ ਸਕਦੇ ਜਿਹੜੀ ਉਹਨਾਂ ਲਈ ਬਣਾਈ ਗਈ। ਕੈਂਸਰ ਮੇਜਰ ਇਸ਼ੂ ਹੈ ਕਿ ਕੈਂਸਰ ਦੇ ਵਿੱਚ ਅਰਲੀ ਡਾਇਗਨੋਸਿਸ ਨਹੀਂ ਹੁੰਦਾ, ਇਸ ਕਰਕੇ ਬੰਦਾ ਮਰਦਾ ਹੈ। ਮੈਜੋਰਿਟੀ ਬਹੁਤੇ ਕੈਂਸਰ ਜਿਹੜੇ ਨੇ ਜੋ ਅਰਲੀ ਸਟੇਜ ਤੇ ਡਾਇਗਨੋਜ਼ ਹੋ ਜਾਣ ਤੇ ਬੰਦਾ ਘੱਟੋ ਘੱਟ ਜਾਨ ਬਚ ਜਾਏਗੀ ਜੀ, ਲੇਕਿਨ ਡਾਇਗਨੋਜ਼ ਹੀ ਨਹੀਂ ਹੋਏਗਾ। ਡਾਇਗਨੋਜ਼ ਕਿਸ ਕਰਕੇ ਨਹੀਂ ਹੋਏਗਾ? ਕਿਉਂਕਿ ਸਭ ਤੋਂ ਸਿੰਪਲ ਟੈਸਟ ਅਲਟਰਾਸਾਊਂਡ ਦਾ ਹੈ, ਉਹ 500-600 ਰੁਪਏ ਤੋਂ ਸ਼ੁਰੂ ਹੋਏਗਾ। 500-600 ਰੁਪਏ ਕਈ ਬੰਦਿਆਂ ਦੀ ਮਤਲਬ ਮੰਥਲੀ ਇਨਕਮ ਹੈ, ਕਿੱਥੋਂ ਕਰਾਉਣਗੇ, ਅਫੋਰਡ ਕਰਨਗੇ ਉਹ? ਫਿਰ ਉਹ ਦੇਖਣਗੇ ਵੀ ਇਹ ਬੰਦਾ ਹੁਣ ਕਿੰਨੇ ਕੁ ਸਾਲ ਜੀਣਾ ਇਹਨੇ, ਅਦਰਵਾਈਜ਼ ਇੱਥੋਂ ਨਾਪਿਆ ਜਾਂਦਾ ਅੱਜ ਕੱਲ੍ਹ ਪੰਜਾਬ ਦੇ ਵਿੱਚ। ਸੋ ਇਹ ਹੈ ਹੀ ਹੈ ਹੈਲਥ ਕੇਅਰ ਦੀ ਸਿਚੁਏਸ਼ਨ ਦੇ ਸਾਹਮਣੇ। ਮਾਨਸਿਕਤਾ ਦੀ ਜੀ ਗੱਲ ਕਰਦੇ ਹਾਂ ਆਪਾਂ, ਨੋ ਡਾਊਟ ਪੰਜਾਬ ਦੀ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਦੀ, ਯੋਧਿਆਂ ਵੀਰਾਂ ਦੀ ਧਰਤੀ ਹੈ, ਪਰ ਇੰਡੀਵਿਜੂਅਲ ਲੈਵਲ ਤੇ ਆਪਾਂ ਦੇਖੀਏ ਜਿਹੜੇ ਪੜ੍ਹੇ ਲਿਖੇ ਲੋਕ ਵੀ ਨੇ ਨਾ, ਉਹ ਵੀ ਜਾਤਾਂ ਪਾਤਾਂ ਨਾਲ ਜੁੜੇ ਹੋਏ ਆ। ਕਾਸਟਿਜ਼ਮ ਇੰਨਾ ਪ੍ਰੈਵਲੈਂਟ ਹੈ ਪੰਜਾਬ 'ਚ, ਪੰਜਾਬ ਦੇ ਪਿੰਡਾਂ 'ਚ ਵੀ ਗੁਰਦੁਆਰੇ ਵੀ ਜਾਤਾਂ ਦੇ ਨਾਮ ਤੋਂ ਵੰਡੇ ਹੋਏ ਨੇ, ਮੜੀਆਂ ਵੀ। ਇਹਦੇ ਪਿੱਛੇ ਕੀ ਹੋ ਸਕਦਾ, ਇਹਦਾ ਕੀ ਪ੍ਰਭਾਵ ਆ? ਤੇ ਉਹ ਪ੍ਰਭਾਵ ਇਹ ਹੈ ਬੇਸਿਕਲੀ ਪਾਵਰ ਸਟਰਕਚਰ ਹੈ ਨਾ ਜਿਹੜਾ, ਉਹਨੇ ਨੋਰਿਸ਼ ਕੀਤਾ ਹੈ। ਹਾਲਾਂਕਿ ਦੇਖੋ ਤੁਸੀਂ ਜਿੰਨੇ ਐਡਵਾਂਸ ਕੰਟਰੀਜ਼ ਨੇ, ਜਿਵੇਂ ਜਿਵੇਂ ਬੰਦਾ ਐਡਵਾਂਸ, ਹੁਣ ਆਪਾਂ ਪਿੰਡ 'ਚੋਂ ਉੱਠ ਕੇ ਸ਼ਹਿਰ ਆ ਜਾਈਏ ਤੇ ਥੋੜ੍ਹਾ ਜਿਹਾ ਪ੍ਰਕੋਪ ਘੱਟ ਜਾਂਦਾ, ਇੱਦਾਂ ਲੱਗਦਾ ਕਿ ਹੁਣ ਜਾਤੀ ਜਿਹੜੀ ਹੈ ਥੋੜ੍ਹੇ ਨਾਲ ਨਹੀਂ ਆਉਂਦੀ ਪਿੰਡ 'ਚੋਂ। ਮੈਨੂੰ ਆਪਣੇ ਗੁਆਂਢ ਦੇ ਬੰਦੇ ਨੂੰ ਬੁਲਾ ਕੇ ਦੱਸਣ ਦੀ ਲੋੜ ਨਹੀਂ ਹੈ ਨਾਰਮਲੀ ਵੀ ਮੈਂ ਕਿਹੜੀ ਜਾਤੀ ਨੂੰ ਬਿਲੋਂਗ ਕਰਦਾ ਜਾਂ ਤੂੰ ਕਿਹੜੀ ਜਾਤੀ ਨੂੰ ਬਿਲੋਂਗ ਕਰਦਾ, ਪੁੱਛਣ ਦੀ ਲੋੜ ਨਹੀਂ ਹੈ ਨਾਰਮਲੀ। ਬਟ
ਪਿੰਡ ਦੇ ਵਿੱਚ ਐਜ਼ ਲੌਂਗ ਐਜ਼ ਤੁਸੀਂ ਆਲਰੇਡੀ ਆਇਡੈਂਟੀਫਾਈਡ ਹੋ, ਬਾਈ ਬਰਥ ਆਇਡੈਂਟੀਫਾਈਡ ਹੋ, ਜੀ, ਹੈ ਨਾ। ਲੇਕਿਨ ਮੈਨੂੰ ਇਹ ਲੱਗਦਾ ਕਿ ਜਿਵੇਂ ਜਿਵੇਂ ਤਰੱਕੀ ਹੁੰਦੀ ਹੈ ਬਾਈ ਡਿਫਾਲਟ ਤੇ ਇਹਨੂੰ ਖਤਮ ਹੋਣਾ ਚਾਹੀਦਾ ਸੀ, ਪਰ ਕਿਉਂ ਨਹੀਂ ਹੋ ਰਿਹਾ। ਜੀ, ਬਾਵਜੂਦ ਇਸ ਦੇ ਕਿ ਅਸੀਂ ਹੈਗੇ ਹਾਂ ਸਿੱਖ ਧਰਮ ਦੇ ਬੰਦੇ, ਜੀ, ਸਿੱਖ ਧਰਮ ਦਾ ਕਹਿ ਲਓ ਵਿਕਾਸ ਹੀ ਬ੍ਰਾਹਮਣਵਾਦ ਦੇ ਖਿਲਾਫ, ਜਾਤ ਪਾਤ ਦੇ ਖਿਲਾਫ ਬਿਲਕੁਲ ਪੈਦਾ ਹੋਇਆ, ਜੀ। ਤੇ ਅਸੀਂ ਸਭ ਤੋਂ ਵੱਡੇ ਉਹਦੇ ਮਤਲਬ ਦਾਅਵੇਦਾਰ ਹਾਂ। ਹਾਂ, ਫਾਊਂਡੇਸ਼ਨ ਹੀ ਹੋਈ ਸੀ ਮਤਲਬ ਸਾਡਾ। ਅਸੀਂ ਉਹਦੇ ਜੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰ ਦੇਵੇ ਮੌਕੇ ਤੇ ਬੰਦਾ ਵੜ ਦਿੰਦੇ ਆ, ਮਤਲਬ ਉਹ ਵੈਰਾਈਟੀਆਂ ਸੀ। ਤੇ ਬੰਦਾ ਭਾਵੇਂ ਬਾਅਦ ਚੋਂ ਮੰਦਬੁੱਧੀ ਵਿਚਾਰਾ ਜਵਾਕ ਹੀ ਨਿਕਲੇ ਕੋਈ, ਘੇਰਾ ਮਾਰ ਦਿੰਦੇ ਆ ਅਸੀਂ। ਇਹੋ ਜਿਹੇ ਲੋਕ ਆ ਅਸੀਂ, ਪਰ ਅਸੀਂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੋਇਆ ਹੈ ਉਹ ਸਾਡੇ ਤੇ ਅਸਰ ਕਿਉਂ ਨਹੀਂ ਹੋ ਰਿਹਾ। ਸੋ ਮੈਨੂੰ ਇਹ ਲੱਗਦਾ ਉਹਦਾ ਕਾਰਨ ਇਹ ਹੈ ਸਾਡਾ ਪਾਵਰ ਸਟਰਕਚਰ, ਉਹਨੂੰ ਬੜਾ ਫਾਇਦਾ ਹੈ। ਇੱਕ ਬੰਦੇ ਨੇ ਕਿਸੇ ਦੂਜੇ ਬੰਦੇ ਤੋਂ ਕੰਮ ਕਰਾਉਣਾ ਹੋਵੇ, ਜੇ ਉਹ ਸਿਰਫ ਤੇ ਸਿਰਫ ਦਿਹਾੜੀ ਦਾ ਰਿਲੇਸ਼ਨ ਹੋਵੇ ਵੀ ਮੈਂ ਤੁਹਾਨੂੰ ਪੈਸੇ ਦੇਣੇ ਆ ਤੇ ਤੁਹਾਡੇ ਤੋਂ ਕੰਮ ਲੈਣਾ ਹੈ, ਤਾਂ ਇਹਦੇ 'ਚ ਨਾ ਤੁਹਾਡੀ ਇੱਕ ਨੈਗੋਸ਼ੀਏਟਿੰਗ ਕੈਪੈਸਿਟੀ ਹੈ। ਤੁਸੀਂ ਤੈਅ ਕਰ ਸਕਦੇ ਹੋ ਮੈਂ ਕੱਲ ਨੂੰ ਆਉਣਾ ਕਿ ਨਹੀਂ ਆਉਣਾ। ਜੇ ਤੂੰ ਮੈਨੂੰ ਮਿਸਟਰੀਟ ਕੀਤਾ, ਮੈਂ ਕੱਲ ਨੂੰ ਤੇਰੇ ਕੰਮ ਤੇ ਨਹੀਂ ਆਉਣਾ। ਇਹ ਰਾਈਟ ਹੈ ਤੁਹਾਡੇ ਕੋਲ। ਲੇਕਿਨ ਕਾਸਟਿਜ਼ਮ ਦੇ ਵਿੱਚ ਇਹ ਰਾਈਟ ਨਹੀਂ ਹੁੰਦਾ। ਕਾਸਟਿਜ਼ਮ ਦੇ ਵਿੱਚ ਤੁਸੀਂ ਜੰਮਦੇ ਹੀ ਸੀਰੀ ਹੁੰਦੇ ਹੋ, ਤੁਸੀਂ ਸੀਰੀਆਂ ਦੇ ਘਰ ਜੰਮੇ ਹੋ, ਤੁਸੀਂ ਸੀਰੀ ਹੋ। ਸਰ ਹੁਣ ਤਾਂ ਇੰਨਾ ਜਜਮਾਨਾਂ ਦੇ ਘਰ ਜੰਮੇ ਜਜਮਾਨ ਨੇ, ਉਹਦੇ ਇਹ ਕਿਉਂਕਿ ਫੇਵਰ ਕਰਦਾ ਨਾ, ਇਹ ਫਾਇਦਾ ਮਿਲਦਾ, ਇਸ ਕਰਕੇ ਪਾਵਰ ਸਟਰਕਚਰ ਇਹਨੂੰ ਖਤਮ ਹੋਣ ਨਹੀਂ ਦੇਣਾ ਚਾਹੁੰਦਾ। ਇਲੈਕਸ਼ਨਸ ਲੈ ਲਓ, ਇਲੈਕਸ਼ਨ ਦੇ ਵਿੱਚ ਬਹੁਤ ਸੌਖਾ ਹੈ, ਤੁਸੀਂ ਮਤਲਬ ਕਿਸੇ ਕਾਸਟ ਨੂੰ ਕਿਸੇ ਦੇ ਨਾਲ ਲੜਾਉਣਾ ਹੈ, ਕਿਸੇ ਕਾਸਟ ਨੂੰ ਵਿਨ ਓਵਰ ਕਰਨਾ ਹੈ, ਕਿਸੇ ਨੂੰ ਖਿਲਾਫ ਜਾਣਾ ਹੈ, ਤੇ ਉਹ ਪੈਕੇਜ ਕਰਨਾ ਬੜਾ ਆਸਾਨ ਹੈ, ਉਹਨੂੰ ਮੋਲਡ ਕਰਨਾ, ਮੈਨੇਜ ਕਰਨਾ ਬੜਾ ਆਸਾਨ ਹੈ। ਇਸ ਕਰਕੇ ਪਾਵਰ ਸਟਰਕਚਰ ਇਸ ਨੂੰ ਖਤਮ ਨਹੀਂ ਹੋਣ ਦਿੰਦਾ। ਬਾਕੀ ਸਭ ਕੁਝ ਇਹਨੂੰ ਖਤਮ ਹੋਣ ਦੇਣਾ। ਆਮ ਲੋਕ ਇਸ ਦੇ ਖਿਲਾਫ ਨੇ, ਆਮ ਲੋਕ ਇਸ ਤੋਂ ਦੁਖੀ ਹੁੰਦੇ ਨੇ, ਕਿਉਂਕਿ ਤੁਸੀਂ ਦੇਖ ਲਓ ਜਿਹੜੇ ਬੰਦੇ ਹੁਣ ਫੈਕਟਰੀ ਦੇ ਵਿੱਚ ਆ ਗਿਆ, ਚਾਹੇ ਜੱਟ ਬੰਦਾ ਹੋਵੇ, ਉਹ ਜਦੋਂ ਫੈਕਟਰੀ ਦੇ ਵਿੱਚ ਆ ਗਿਆ ਤੇ ਉਹਦਾ ਉਹ ਜੱਟਪੁਣਾ ਜਿਹੜਾ ਹੈ ਗਾਇਬ ਹੋ ਜਾਂਦਾ ਹੈ। ਉਹ ਜਸਟ ਇੱਕ EMPLOYE ਹੈ ਉਹ। ਲੇਕਿਨ ਉਹ ਜਿਹੜਾ ਪਾਵਰ ਸਟਰਕਚਰ ਹੈ ਨਾ, ਉਹਨੂੰ ਯਾਦ ਕਰਾਉਂਦਾ ਹੈ ਕਿ ਤੂੰ ਜੱਟ ਹੈ, ਤੂੰ ਨਾਲ ਦੇ ਤੋਂ ਕੀ ਲੈਣਾ, ਤੂੰ ਤੇ ਜੱਟ ਹੈ, ਤੂੰ ਸਾਡੇ ਨਾਲ ਆ। ਸੋ ਇਹ ਜਿਹੜਾ ਪਾਵਰ ਸਟਰਕਚਰ ਹੈ ਇਹ ਹੈ ਗੜਬੜ, ਇਹ ਬੁਰਾਈ ਦੀ ਮਾਂ ਹੈ ਮਤਲਬ ਬੇਸਿਕਲੀ। ਇਹਨੂੰ ਹਿਲਾਉਣ 'ਚ ਬਹੁਤ ਵਕਤ ਲੱਗਦਾ, ਇਹਨੂੰ ਹਿਲਾਉਣਾ ਪਏਗਾ, ਇਸ ਤੋਂ ਬਿਨਾਂ ਨਹੀਂ ਇਹ ਠੀਕ ਹੋ ਸਕਦਾ। ਸਰ ਆਖਰੀ ਚੀਜ਼, ਇਲੈਕਸ਼ਨ ਸਿਰ ਤੇ ਆ, ਤੁਹਾਡੇ ਵੱਲੋਂ ਸਾਡੇ ਦਰਸ਼ਕਾਂ ਨੂੰ, ਯੁਵਾ ਪੀੜ੍ਹੀ ਨੂੰ ਕੋਈ ਸੁਨੇਹਾ ਕਿ ਕਿਹੜਾ ਮੈਨੀਫੈਸਟੋ ਪੰਜਾਬ ਲਈ, ਯੁਵਾ ਪੀੜ੍ਹੀ ਲਈ ਆ, ਦੇਸ਼ ਦੇ ਸਮੁੱਚੇ ਵਿਕਾਸ ਲਈ? ਹਾਲਾਂਕਿ ਮੈਂ ਬਹੁਤ ਹੋਪਫੁਲ ਨਹੀਂ ਆ ਇਸ ਇਲੈਕਸ਼ਨ ਦੇ ਕਿਸੇ ਵੀ ਰਿਜ਼ਲਟ ਤੋਂ। ਮਤਲਬ ਮੈਨੂੰ ਲੱਗਦਾ ਵੀ ਪਾਰਟੀ A, ਪਾਰਟੀ B, ਪਾਰਟੀ C ਕੋਈ ਵੀ ਜਿੱਤ ਜਾਵੇ, ਇਹਦੇ ਪਿੱਛੇ ਹਾਲਤ ਕੋਈ ਬਹੁਤ ਬਦਲਣ ਵਾਲੀ ਨਹੀਂ ਹੈ, ਕਿਉਂਕਿ ਅਸੀਂ ਦੇਖ ਚੁੱਕੇ ਹਾਂ ਸਾਰਿਆਂ ਨੂੰ। ਔਰ ਜਿਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਨਹੀਂ ਦੇਖਿਆ, ਮੈਨੂੰ ਐਂ ਲੱਗਦਾ ਵੀ ਮੋਰ ਔਰ ਲੈਸ ਜਦੋਂ ਅਸੀਂ ਬਰੀਕੀ ਨਾਲ ਉਹਨਾਂ ਦੇ ਐਲਾਨ, ਉਹਨਾਂ ਦਾ ਸਟਰਕਚਰ, ਉਹਨਾਂ ਦੇ ਕੰਮ ਕਰਨ ਦੇ ਤਰੀਕੇ, ਉਹ ਸਭ ਦੇਖਦੇ ਹਾਂ ਤਾਂ ਲੱਗਦਾ ਨਹੀਂ ਹੈ ਕਿ ਉਹ ਕੋਈ ਬਹੁਤ ਟਿਕ ਪਾਉਣਗੇ ਇਸ ਦੇ ਵਿੱਚ। ਸੋ ਇਸ ਕਰਕੇ ਇਸ ਦੇ ਵਿੱਚ ਮੈਂ ਬਹੁਤ ਹੋਪਫੁਲ ਤਾਂ ਨਹੀਂ ਹਾਂ, ਬਟ ਫਿਰ ਵੀ ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਜਿਹੜਾ ਦੇਸ਼ ਦੇ ਵਿੱਚ ਕਮਿਊਨਲਿਜ਼ਮ ਵਧਿਆ ਪਿਛਲੇ ਦਿਨਾਂ 'ਚ, ਕਮਿਊਨਲਿਜ਼ਮ ਮਤਲਬ ਜਿਹੜਾ ਧਰਮ ਦੇ ਨਾਂ ਦੇ ਉੱਤੇ ਲੜਾ ਕੇ ਰਾਜਨੀਤੀ, ਘੱਟੋ ਘੱਟ ਇਹਨੂੰ ਜ਼ਰੂਰ ਡਿਫੀਟ ਕਰਨਾ ਚਾਹੀਦਾ ਹੈ। ਔਰ ਇਹ ਪੰਜਾਬ ਦੇ ਬੂਹੇ 'ਤੇ ਆ ਗਿਆ। ਪੰਜਾਬ ਦੇ ਬਿਲਕੁਲ ਐਨ ਸਰਹੱਦ ਦੇ ਉੱਤੇ ਇਸ ਵੇਲੇ ਆਪਾਂ ਇਸ ਸਿਚੁਏਸ਼ਨ 'ਚ ਖੜ੍ਹੇ ਹਾਂ ਕਿ ਕਦੀ ਵੀ ਪੰਜਾਬ ਦੇ ਅੰਦਰ ਤੁਹਾਨੂੰ ਦੰਗੇਬਾਜ਼ੀ ਵਾਲੀ ਹਾਲਾਤ ਜਿਹੜੀ ਉਹ ਨਜ਼ਰ ਆ ਸਕਦੀ ਹੈ। ਠੀਕ ਹੈ, ਉਹਦੇ 'ਚ ਕੋਈ ਪਾਰਟੀ ਹੁਣ ਇਹਨੂੰ ਵੀ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ, ਕਿਸੇ ਡਰੀ ਹੋਈ ਕੌਮ ਨੂੰ ਕਹੂਗੀ ਵੀ ਤੁਸੀਂ ਸਾਡੇ ਨਾਲ ਆ ਜਾਓ, ਅਸੀਂ ਤੁਹਾਡੇ ਨਾਲ ਆ, ਬਟ ਉਹਦੇ ਨਾਲ ਨਹੀਂ ਹੱਲ ਹੋਣਾ। ਪਹਿਲੀ ਗੱਲ, ਸਾਨੂੰ ਪੰਜਾਬੀਆਂ ਨੂੰ ਐਜ਼ ਅ ਪੰਜਾਬੀ ਇਸ ਗੱਲ ਨੂੰ ਰੱਦ ਕਰਨਾ ਪੈਣਾ ਹੈ ਕਿ ਪੋਲੀਟਿਕਸ ਦੇ ਵਿੱਚ ਧਰਮ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ, ਤੇ ਧਰਮ ਦੇ ਵਿੱਚ ਪੋਲੀਟਿਕਸ ਦਾ ਵੀ ਕੋਈ ਕੰਮ ਨਹੀਂ ਹੋਣਾ ਚਾਹੀਦਾ। ਸਾਡੇ ਇੱਥੇ ਦੋਵੇਂ ਚੀਜ਼ਾਂ ਨਾਲ ਗੱਡ ਹੋਈਆਂ ਪਈਆਂ ਨੇ। ਸੋ ਇਹ ਦੋਨੋਂ ਡਿਫਰੈਂਟ ਅਰੀਨਾਜ਼ ਨੇ। ਜਦੋਂ ਧਰਮ ਦੀ ਗੱਲ ਕਰਨੀ ਹੈ ਤਾਂ ਮੈਂ ਤੇ ਮੇਰਾ ਰੱਬ ਵਿਚਾਲੇ ਕੋਈ ਨਹੀਂ ਹੋਣਾ ਚਾਹੀਦਾ। ਬਿਲਕੁਲ। ਤੇ ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰਨੀ ਹੈ ਤਾਂ ਫਿਰ ਮੈਨੂੰ ਪੋਲੀਟਿਕਸ ਦੇ ਵੱਡੇ ਆਯਾਮ ਨੇ ਜਿਹੜੇ ਡੈਮੋਕ੍ਰੇਸੀ, ਉਹ ਪੋਲੀਟਿਕਸ ਦਾ ਇੱਕ ਵੱਡਾ ਉਹ ਹੈ, ਵੈਲਿਊ ਹੈ। ਸਾਨੂੰ ਉਹਦੇ ਬਾਰੇ ਗੱਲ ਕਰਨੀ ਪੈਣੀ ਹੈ। ਡੈਮੋਕ੍ਰੇਸੀ ਕਿਵੇਂ ਵੱਡੀ ਹੋਏਗੀ, ਹੋਰ ਜ਼ਿਆਦਾ ਕਿਵੇਂ ਵਿਸ਼ਾਲ ਹੋਏਗੀ। ਕਿਸਾਨ ਅੰਦੋਲਨ 'ਚੋਂ ਇਹੀ ਸੀ ਸਾਡਾ ਟੇਕ ਅਵੇ, ਇਹੀ ਸੀ ਨਾ ਕਿ ਅਸੀਂ ਡੈਮੋਕ੍ਰੇਸੀ ਨੂੰ ਪਿੰਡ ਦੀ ਸੱਥ ਤੱਕ ਲੈ ਗਏ, ਜਿੱਥੇ ਉਹ ਨਹੀਂ ਸੀਗੀ, ਅਸੀਂ ਉੱਥੇ ਤੱਕ ਡੈਮੋਕ੍ਰੇਸੀ ਨੂੰ ਲੈ ਕੇ ਗਏ। ਸੋ ਇਸ ਡੈਮੋਕ੍ਰੇਸੀ ਕਿਵੇਂ ਵਧੇ, ਸਾਨੂੰ ਇਸ ਦੇ ਐਂਗਲ ਤੋਂ ਸੋਚਣਾ ਪਏਗਾ। ਸੋ ਜੋ ਵੀ ਜਿਹਨੇ ਵੀ ਵੋਟਿੰਗ ਕਰਨੀ ਹੈ, ਜਿੱਧਰ ਨੂੰ ਵੀ ਕਰਨੀ ਹੈ, ਤਾਂ ਮੈਨੂੰ ਇਹ ਲੱਗਦਾ ਕਿ ਬਜਾਏ ਕਿ ਕਈ ਕਹਿਣਗੇ ਤੁਹਾਨੂੰ ਵੀ ਚੰਗਾ ਬੰਦਾ ਵੇਖ ਕੇ ਵੋਟ ਕਰੋ, ਬਈ ਗੁੱਡ ਮੈਨ ਇਨ ਅ ਬੈਡ ਪਾਰਟੀ ਇਜ਼ ਆਲਸੋ ਨਾਟ ਅ ਗੁੱਡ ਮੈਨ। ਚੰਗਾ ਬੰਦਾ ਮਾੜੀ ਪਾਰਟੀ ਦੇ ਵਿੱਚ ਜੇ ਬੈਠਾ ਹੈ ਤੇ ਫਿਰ ਉਹ ਵੀ ਕੋਈ ਚੰਗਾ ਬੰਦਾ ਨਹੀਂ ਰਿਹਾ। ਸੋ ਜੇ ਮੈਨੂੰ ਲੱਗਦਾ ਅੱਜ ਦੀ ਡੇਟ 'ਤੇ ਇੱਕੋ ਹੀ ਬੈਂਚਮਾਰਕ ਹੈ ਸਾਡਾ ਕਿ ਘੱਟੋ ਘੱਟ ਜਿਹੜਾ ਇਹ ਧਾਰਮਿਕ ਕੱਟੜਤਾ ਫੈਲਾਉਣ ਦੀ ਕੋਸ਼ਿਸ਼ ਹੈ ਜਿਹੜੀ, ਇਹਨੂੰ ਡਿਫੀਟ ਕੀਤਾ ਜਾਣਾ ਚਾਹੀਦਾ। ਇਹਨੂੰ ਫਸਟ ਹੈਂਡ ਇਹਨੂੰ ਡਿਫੀਟ ਕਰਨਾ ਚਾਹੀਦਾ, ਕਿਉਂਕਿ ਇਹ ਸਦੀਆਂ ਤੱਕ ਸਾਨੂੰ ਮਾਰ ਦੇਗੀ। 47 'ਚ ਵੱਡਾ ਕੁਛ ਹੋਇਆ, ਅਸੀਂ ਹੁਣ ਤੱਕ ਝੇਲ ਰਹੇ ਹਾਂ। ਬਿਲਕੁਲ। 84 'ਚ ਵੱਡਾ ਕੁਛ ਹੋਇਆ, ਫਿਰ ਹੁਣ ਤੱਕ ਝੇਲ ਰਹੇ ਹਾਂ। ਇੱਕ ਹੋਰ ਨਦਰ ਜੈਨੋਸਾਈਡ ਅਸੀਂ ਨਹੀਂ ਅਫੋਰਡ ਕਰ ਸਕਦੇ, ਨਦਰ ਗੁਜਰਾਤ ਅਸੀਂ ਨਹੀਂ ਅਫੋਰਡ ਕਰ ਸਕਦੇ, ਨਦਰ ਦਿੱਲੀ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ। ਸੋ ਇਸ ਕਰਕੇ ਹਰ ਕਿਸਮ ਦੇ
ਕੱਟੜਤਾ ਜਿਹੜੀ ਹੈਗੀ ਹੈ ਨਾ ਉਹਦੇ ਅਗੇਂਸਟ, ਧਾਰਮਿਕ ਕੱਟੜਤਾ ਦੇ ਉਹਨੂੰ ਅਗੇਂਸਟ avoid ਹੋਣਾ ਕਰਨਾ। ਚਾਹੀਦਾ। ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਇਹ ਸੀ ਜੀ ਅੱਜ ਦੀ ਖਾਸ ਗੱਲਬਾਤ ਸਾਡੇ ਐਕਸਪਰਟ ਦੇ ਨਾਲ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।